गुरु ग्रंथ साहिब की बेअदबी की मंदभागी घटना ऐसी बाइबल कलां तो कोटकपुरा गोलीकांड तो घटनावां शुरू हुई, किधरे रुकण का ना नहीं रह लेनिया। आखिर क्यों ये वरतारा, कौन है मुख साजिशकाड़ा बेअदबी दी घटनावां दे लई? किवें देखते हो? अदालतां, सैट, 4 सीटां, सप्लीमेंटरी 4 सीटां, एक कानूनी वरतारा वो अपनी जगह ते है। 2015 तो ही आप गल कर लीए, भावें कि 1986 ਦੇ ਵਿੱਚ ਨਕੋਦਰ ਗੋਲੀकांड ਹੋਇਆ ਸੀ, ਉਦੋਂ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਉਸ ਤੋਂ ਬਾਅਦ ਜੋ ਘਟਨਾਕ੍ਰਮ ਬਾੜਾ ਜਵਾਹਰ ਸਿੰਘ ਵਾਲਾ ਤੋਂ ਲੈ ਕੇ ਬਰਗਾੜੀ ਤੇ ਫਿਰ ਅੱਜ ਮਰਿੰਡੇ ਤੱਕ ਜਿਹੜੀ ਗੱਲ ਪਹੁੰਚੀ ਹੋਈ ਹੈ, ਇਹ ਇੱਕ ਬਹੁਤ ਡੂੰਘੀ ਸਾਜ਼ਿਸ਼, ਇੱਕ ਇਸ ਤਰ੍ਹਾਂ ਦੀ ਘਟਨਾ ਦਾ ਜਿਹੜਾ ਇੱਕ ਸੂਤਰਧਾਰ ਉਹ ਅੱਜ ਤੱਕ ਨਹੀਂ ਲੱਭ ਸਕਿਆ। सरदार करनैल सिंह हुणां ने एक गल कही है कि सरदार सुखबीर सिंह बादल नूं जदों मिले, जदों विरोधी धिर च खड़े हुंदे सी तां उन्हां ने कहा कि मैं बेअदबी करवा सकदा, तुसीं दसो। मैं एक गल कहनी चाहुंदा इत्थे सरदार करनैल सिंह जी, अज तक दीआं साडीआं भी तुसीं डिबेटां जिहड़ियां जां जो विचार चर्चा इंटरव्यू होईआं, तुसीं देखो असीं कदे नहीं कहा कि सरदार प्रकाश सिंह बादल जां सरदार सुखबीर सिंह बादल ने जां अकाली दल ने बेअदबी कीती आ जी। ਅਸੀਂ ਸਿਰਫ ਇਹ ਗੱਲ ਕਹਿੰਦੇ ਆ ਕਿ ਉਹ ਸਰਕਾਰ ਵਿੱਚ ਸੀ, ਸੱਤਾ ਵਿੱਚ ਸੀ, ਉਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸ਼ੈਲਟਰ ਦਿੱਤਾ, ਪਨਾਹ ਦਿੱਤੀ ਆ, ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਆ। ਇਹੀ ਸਭ ਤੋਂ ਵੱਡਾ ਦੁੱਖ ਰਿਹਾ। ਭਾਵੇਂ ਕਿ ਬੇਅਦਬੀਆਂ ਅੱਜ ਤੱਕ ਹੋ ਰਹੀਆਂ ਨੇ, ਕੈਪਟਨ ਦੇ ਰਾਜ 'ਚ ਵੀ ਹੋਈਆਂ, ਚੰਨੀ ਦੇ ਰਾਜ 'ਚ ਵੀ ਹੋਈਆਂ, ਹੁਣ ਭਗਵੰਤ ਮਾਨ ਦੇ ਰਾਜ 'ਚ ਵੀ ਹੋ ਰਹੀਆਂ, ਰੁਕ ਨਹੀਂ ਰਹੀਆਂ। ਇਹਦੇ ਪਿੱਛੇ ਵੱਡੀ ਸਾਜ਼ਿਸ਼ ਆ। 3780 ਘਟਨਾਵਾਂ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਚੁੱਕੀਆਂ ਨੇ। ਤਾਂ ਇਸ ਦੇ ਵਿੱਚ ਦੇਖੋ, ਜਦੋਂ ਕੋਈ ਘਟਨਾ ਵਾਪਰਦੀ ਹੈ, ਚਾਹੇ ਉਹ ਕਿਸੇ ਧਾਰਮਿਕ ਸਥਾਨ ਤੇ ਹੋਵੇ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ, ਤਾਂ ਇਹ ਮੈਂ ਸਮਝਣਾ ਕਿ ਇਹ ਆਪਣੇ ਆਪ ਦੇ ਵਿੱਚ ਐਡੀ ਵੱਡੀ ਦੁਖਦ ਘਟਨਾ ਹੁੰਦੀ ਹੈ ਕਿ ਜਿਵੇਂ ਕੱਲ ਜਿਹੜਾ ਮਰਿੰਡਾ ਦੇ ਵਿੱਚ ਘਟਨਾਕ੍ਰਮ ਵਾਪਰਿਆ, ਤੇ ਜਿਵੇਂ ਉਸ ਦੋਸ਼ੀ ਨੇ, ਦੁਸ਼ਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੱਤੇ ਪਾ ਕੇ ਤੇ ਫਿਰ ਆਣ ਕੇ ਗ੍ਰੰਥੀ ਸਿੰਘਾਂ ਦੇ ਨਾਲ ਪਹਿਲਾਂ ਮਾਰਕੁੱਟ ਕੀਤੀ, ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਜਿਹੜਾ ਉਹਨਾਂ ਨੇ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ। ਇਹ ਜਿਹੜੇ ਕਰੂਰ ਚਿਹਰੇ ਨੇ, ਇਹਨਾਂ ਦੇ ਪਿੱਛੇ ਜਿਹੜੇ ਲੋਕ ਨੇ, ਉਹਨਾਂ ਨੂੰ ਨੰਗਿਆ ਕਰਨਾ ਬੜਾ ਜ਼ਰੂਰੀ ਹੈ। ਤਾਂ ਜਿਹੜੇ ਸਾਜ਼ਿਸ਼ ਘਾੜੇ ਸੀ ਉਹਨਾਂ ਦੀ ਪੁਸ਼ਤ ਪਨਾਹੀ ਕਿਉਂ ਕੀਤੀ? ਸਾਨੂੰ ਤਾਂ ਦੁੱਖ ਇਹ ਆ, ਜਿਵੇਂ ਉਹ ਸਿਬਲੀ ਵਾਲੀ ਜਿਹੜੀ ਉਹ 2 ਲਾਈਨਾਂ ਸਾਂਝੀਆਂ ਕਰਦੇ ਹੁੰਦੇ ਪ੍ਰਚਾਰਕ ਕਿ ਲੋਕਾਂ ਦੇ ਪੱਥਰਾਂ ਦੀ ਸਾਨੂੰ ਦਰਦ ਰਤਾ ਨਾ ਹੋਈ, ਮਿੱਤਰਾਂ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ। ਸਾਨੂੰ ਲੋਕਾਂ ਦੇ ਪੱਥਰਾਂ ਦੀ, ਜੋ ਲੋਕਾਂ ਨੇ ਕੀ ਕੀਤਾ, ਗੈਰਾਂ ਨੇ ਕੀ ਕੀਤਾ, ਉਹਦਾ ਨਹੀਂ ਸਾਨੂੰ ਦੁੱਖ ਆ ਕਿ ਸਾਡੀ ਪੰਥਕ ਕਹਾਉਂਦੀ ਸਰਕਾਰ ਹੋਵੇ ਜਿਨ੍ਹਾਂ ਨੇ ਫਖਰੇ ਕੌਮ ਦੇ ਅਵਾਰਡ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਹੋਣ, ਤੇ ਉਹਨਾਂ ਦੇ ਰਾਜ 'ਚ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜਾਣ, ਤੇ ਉਹ ਉਹਦੇ ਬਾਰੇ ਜਿਹੜਾ ਹੈਗਾ ਉਹਨਾਂ ਨੂੰ ਪਤਾ ਵੀ ਲੱਗ ਜਾਵੇ ਕਿ ਡੇਰੇ ਸਰਸੇ ਦਾ ਹੱਥ ਆ, ਡੇਰਾ ਮੁਖੀ ਦਾ ਹੱਥ ਆ, ਉਹਦੇ ਪੈਰੋਕਾਰ ਆ, ਤੇ ਉਹਨਾਂ ਨੂੰ ਬਚਾਉਣ ਵਾਲੇ ਪਾਸੇ ਤੁਰ ਪੈਣ। ਸਾਨੂੰ ਦੁੱਖ ਇਹ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਤਾਂ ਹੀ ਨਹੀਂ ਰੁਕ ਰਹੀਆਂ ਕਿ ਸਾਡੇ ਆਪਣਿਆਂ ਨੇ ਗਲਤ ਪਿਰਤ ਪਾ ਦਿੱਤੀ ਉਹਨਾਂ ਨੂੰ ਬਚਾਉਣ ਦੀ। ਮੈਂ ਇੱਕ ਵਾਰ ਮੰਨ ਲਈ ਨਾ ਗੱਲ ਕਿ ਇੱਕ ਪਾਰਟ ਤਾਂ ਉਹ ਹੈ ਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਨਹੀਂ ਸੀ ਹੋਣੀਆਂ ਚਾਹੀਦੀਆਂ, ਉਹਦੇ ਵਿੱਚ ਨਲਾਇਕੀ ਸਮਝ ਲਓ, ਉਹਦੇ ਵਿੱਚ ਢਿਲਾਈ ਸਮਝ ਲਓ, ਉਹਦੇ ਵਿੱਚ ਬਹੁਤ ਕੁਝ ਉਹਦੇ ਵਿੱਚ ਹੋਇਆ। ਲੇਕਿਨ ਜਿਹੜਾ ਉਸ ਤੋਂ ਬਾਅਦ ਦਾ ਘਟਨਾਕ੍ਰਮ ਹੈ ਜਿਹੜਾ ਅੱਜ ਵਾਪਰਿਆ, ਇਹ ਬੰਦੇ ਤਾਂ ਗਰੰਟੀਆਂ ਦਿੰਦੇ ਸੀ, ਇਹ ਗੱਲ ਕਹਿੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੇਗੀ। ਲੇਕਿਨ ਤੁਸੀਂ ਦੇਖੋ, ਦੋਸ਼ੀ ਆ ਜਿਹੜਾ ਕੱਲ ਘਟਨਾਕ੍ਰਮ ਵਾਪਰਿਆ, ਇਸ ਤੋਂ ਅੱਗੇ ਹੋਰ ਕੁਝ ਹੋ ਸਕਦਾ? ਜਿਸ ਡੀਸੀ ਨੇ ਆਰਡਰ ਕੀਤੇ ਹੋਣ ਤੇ ਜਿਸ ਐਸਐਸਪੀ ਨੇ ਉਸ ਸਮੇਂ ਉਹਨਾਂ ਨੌਜਵਾਨਾਂ ਨੂੰ ਮਾਰਿਆ ਹੋਵੇ ਤੇ ਉਹਨੂੰ ਫਿਰ ਅਕਾਲੀ ਦਲ ਬਾਦਲ ਦਾ ਵਾਈਸ ਪ੍ਰਧਾਨ ਬਣਾ ਕੇ ਐਮਐਲਏ ਦੀਆਂ ਚੋਣਾਂ ਲੜਾਈਆਂ ਗਈਆਂ, ਤੇ ਉਸ ਸਮੇਂ ਦੇ ਡੀਸੀ ਨੂੰ ਅਕਾਲੀ ਦਲ ਵੱਲੋਂ ਚੋਣਾਂ ਲੜਾਈਆਂ ਗਈਆਂ। ਫਿਰ ਉਹਨੂੰ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਡੀਸੀ ਬਣਾਇਆ ਗਿਆ ਹੋਵੇ। ਸੋ ਜਦੋਂ ਅਕਾਲੀ ਦਲ ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਨੇ, ਸੁਖਬੀਰ ਸਿੰਘ ਬਾਦਲ ਨੇ ਉਹਨਾਂ ਲੋਕਾਂ ਨੂੰ ਐਡੇ
ਰੁਤਬੇ ਦੇਤੇ ਅਕਾਲੀ ਦਲ ਦੇ ਵਿੱਚ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਦੇ ਸੰਬੰਧ ਵਿੱਚ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰਿਆ ਹੋਵੇ, ਤੇ ਉਸ ਤੋਂ ਬਾਅਦ ਬਾਈਬਲ ਤੇ ਬਰਗਾੜੀ ਦੇ ਵਿੱਚ ਆ ਜਾਓ। ਸੋ ਮੈਂ ਮਹਿਸੂਸ ਕਰਦਾ ਜੀ ਕਿ ਇੱਕ ਪਾਸੇ ਤਾਂ ਪੰਥਕ ਕਹਾਉਣ ਵਾਲੇ ਲੋਕਾਂ ਦੇ ਸਮੇਂ ਸ਼ੁਰੂ ਤੋਂ ਹੀ ਬੇਅਦਬੀਆਂ ਹੋਈਆਂ। ਸੋ ਇਹਦੇ ਉੱਤੇ ਜਦ ਤੱਕ ਪੰਥ ਦੀ ਸਰਕਾਰਾਂ ਚਲਾਉਣ ਵਾਲੀਆਂ, ਪਰ ਸਰਕਾਰ ਮੈਂ ਕਹਿੰਦਾ ਕਿ ਅੱਜ ਜਿਹੜੀ ਸਰਕਾਰ ਨੂੰ ਅਸੀਂ ਦੋਸ਼ ਲਾਵਾਂਗੇ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਸਕਦੇ ਹਾਂ ਜਿਨ੍ਹਾਂ ਨੂੰ ਪੰਥ ਦੇ ਬਾਰੇ ਨਹੀਂ ਪਤਾ, ਜਿਨ੍ਹਾਂ ਨੂੰ ਗੁਰੂ ਗ੍ਰੰਥ ਬਾਰੇ ਨਹੀਂ ਪਤਾ। ਸਿੱਖ ਕਹਾਉਣ ਵਾਲਿਆਂ ਨੇ ਸਰਕਾਰਾਂ ਬਣਾਈਆਂ, ਉਹ ਕਿੱਧਰ ਦੇ ਸਿੱਖ ਹੈ ਜੀ? ਉਹਨਾਂ ਨੇ ਤਾਂ ਆਪਣੇ ਕਾਰੋਬਾਰ ਵਧਾਏ ਆ, ਔਰਬਿਟ ਬੱਸਾਂ ਬਣਾ ਲਈਆਂ, ਔਰਬਿਟ ਹੋਟਲ ਬਣਾ ਲਏ। ਉਹ ਤਾਂ ਪਰਿਵਾਰਵਾਦੀ ਲੋਕ ਸੀਗੇ। ਕੋਈ ਉਹ ਜੇ ਕਿਹਾ ਜਾਵੇ ਕਿ ਉਹ ਪੰਥਕ ਲੋਕ ਸੀ, ਪੰਥ ਵਾਲੀ ਗੱਲ ਨਹੀਂ ਸੀਗੀ ਜੀ। ਉਹਨਾਂ ਨੇ ਤਾਂ ਕੇਵਲ ਪੰਥ ਦਾ ਨਾਂ ਲੈ ਕੇ ਆਪਣੀਆਂ ਜਾਇਦਾਦਾਂ ਵਧਾਉਣ ਤੱਕ ਸੀਮਤ ਰਹੇ ਆ। ਜੀ ਚੱਪੜ ਜੀ, ਤੁਹਾਡਾ ਵਿਊ ਬਣਾ ਗਿਆ, ਜੋੜ ਕੇ ਇਸ ਪਾਸੇ ਤੁਰਨਾ ਪਏ। ਸਾਨੂੰ ਦੁੱਖ ਇਸੇ ਗੱਲ ਦਾ ਵੀ ਇੱਕ ਤਾਂ ਸਾਡਾ ਗੁਰੂ ਚੋਰੀ ਕਰ ਲਿਆ, ਫਿਰ ਉਹਦੇ ਪੱਤਰੇ ਪਾੜ ਕੇ ਗਲੀਆਂ 'ਚ ਖਿਲਾਰ ਦਿੱਤੇ, ਫਿਰ ਧਮਕੀ ਭਰੇ ਪੱਤਰ ਲਾਤੇ ਸੌਦਾ ਸਾਧ ਦੇ ਚੇਲਿਆਂ ਨੇ। ਤੇ ਜੇ ਅਸੀਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ, ਕੋਟਕਪੂਰੇ ਬੈਠੇ, ਬਾਈਬਲ ਬੈਠੇ, ਤੇ ਸਾਨੂੰ ਗੋਲੀਆਂ ਮਾਰੀਆਂ, ਡਾਂਗਾਂ ਮਾਰੀਆਂ, ਸਾਡੇ ਤੇ ਗੰਦੇ ਪਾਣੀ ਦੀਆਂ ਵਿਛਾੜਾਂ, ਤੇ ਸਰਕਾਰ ਕਹਿੰਦੇ ਪੰਥ ਦੀ। ਸਾਨੂੰ ਦੁੱਖ ਇਸੇ ਗੱਲ ਦਾ ਵਾ। ਜਿਹੜੇ ਅਕਾਲੀ ਦਲ ਨੇ ਗੱਲ ਤਾਂ ਕਰਨੀ ਸੀਗੀ ਪੰਥ ਨੂੰ, ਪੰਥ ਦੀ ਅਗਵਾਈ ਕਰਨ ਦੀ ਗੱਲ ਤਾਂ ਕਰਨੀ ਸੀ, ਪੰਥ ਦੇ ਵਡੇਰੇ ਹਿੱਤਾਂ ਦੀ ਗੱਲ ਤਾਂ ਕਰਨੀ ਸੀ। ਜਿਹੜੀ ਗੱਲ ਅੱਜ ਅਸੀਂ ਕਰ ਰਹੇ ਹਾਂ, ਇਹ ਗੱਲ ਦੇ ਲਈ ਉਸ ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਆਉਣਾ ਸੀ, ਲੇਕਿਨ ਅਕਾਲੀ ਦਲ ਦੇ ਪ੍ਰਧਾਨ ਦੀਆਂ ਅੱਜ ਪੇਸ਼ੀਆਂ ਪੈ ਰਹੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਦੇ ਮਸਲੇ 'ਚ। ਸੋ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅੱਜ ਆਪਣਾ ਰੋਲ ਤੇ ਆਪਣਾ ਰੂਪ ਕੱਢਣਾ ਪਏਗਾ ਕਿ ਉਹ ਕਿਹੜੇ ਪਾਸੇ ਖੜੇ ਆ। ਪੰਥ ਇਕੱਠਾ ਹੋਣ ਨੂੰ ਤਿਆਰ ਹੈ। ਦਾਦੂਵਾਲ ਸਾਹਿਬ ਨੇ ਇਹ ਗੱਲ ਕਲੀਅਰ ਕਰੀ ਹੈ। ਅਦਬ ਦੀ ਗੱਲ ਹੋਵੇ, ਸਤਿਕਾਰ ਦੀ ਗੱਲ ਹੋਵੇ ਉਸ ਪੰਥ ਦੀ ਜਮਾਤ ਦੀ, ਤੇ ਅੱਜ ਅਸਤੀਫਾ ਦੇ ਦੇਣਾ ਚਾਹੀਦਾ ਆਪਣੀ ਨੈਤਿਕਤਾ ਦੇ ਆਧਾਰ ਦੇ ਉੱਤੇ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਅਗਵਾਈ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਮਾਣ ਸਨਮਾਨ ਲਈ ਬਣਿਆ, ਗੁਰਦੁਆਰਿਆਂ ਦੇ ਮਾਣ ਸਨਮਾਨ ਲਈ ਬਣਿਆ, ਅੱਜ ਉਸ ਅਕਾਲੀ ਦਲ ਦਾ ਪ੍ਰਧਾਨ ਸਿੱਖਾਂ ਦੇ ਕਤਲ ਤੇ ਬਾਣੀ ਦੀ ਬੇਅਦਬੀ ਵਾਲੇ ਮਸਲੇ ਦੇ ਵਿੱਚ ਦੋਸ਼ੀ ਤੇ ਕੋਰਟ ਦੀਆਂ ਕਚਹਿਰੀ ਦੀਆਂ ਤਰੀਕਾਂ ਭੁਗਤ ਰਿਹਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ। ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੇ ਲਈ ਬਹੁਤ ਵੱਡਾ ਭਾਵੁਕ ਤੇ ਸੰਵੇਦਨਸ਼ੀਲ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਆਖਰ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਪਿੱਛੇ ਕੌਣ ਨੇ ਸਾਜ਼ਿਸ਼ ਘਾੜੇ? ਬਾਈਬਲ ਕਲਾਂ, ਕੋਟਕਪੂਰਾ ਗੋਲੀकांड। ਕੋਟਕਪੂਰਾ ਗੋਲੀकांड ਤੇ ਅੱਜ ਫੇਰ ਸਿੱਟ ਵੱਲੋਂ ਅਦਾਲਤ ਦੇ ਵਿੱਚ 2400 ਪੰਨਿਆਂ ਦੀ ਜਿਹੜੀ ਰਿਪੋਰਟ ਦਾਇਰ ਕੀਤੀ ਗਈ ਹੈ, ਸਪਲੀਮੈਂਟਰੀ ਆਪਾਂ ਕਹਿ ਸਕਦੇ ਹਾਂ ਚਾਰਜਸ਼ੀਟ। ਪਹਿਲਾਂ ਹੀ ਜਿਹੜੇ ਨਾਂ ਸੀ ਉਹ ਨਾਂ ਫੇਰ ਉਹਦੇ 'ਚ ਦਰਜ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਤੇ ਧਾਰਾ 119 ਦੇ ਅਧੀਨ ਜਿਹੜਾ ਅਪਰਾਧ ਨੂੰ ਲੁਕਾਉਣ ਦਾ ਦੋਸ਼ ਲੱਗਿਆ। ਇਸੇ ਤਰੀਕੇ ਨਾਲ ਸਾਬਕਾ DGP ਸਮੇਤ ਸੈਣੀ, ਧਾਰਾ 153, ਉਹਨਾਂ ਤੇ ਸਥਿਤੀ ਨੂੰ ਭੜਕਾਉਣ ਦਾ ਦੋਸ਼ ਹੈ। ਸੁਖਬੀਰ ਸਿੰਘ ਬਾਦਲ, ਇਰਾਦਾ ਕਤਲ, ਧਾਰਾ 307। ਸੁਖਬੀਰ ਬਾਦਲ ਤੇ ਸਾਬਕਾ DGP ਸਮੇਤ ਸੈਣੀ ਮੁੱਖ ਸਾਜ਼ਿਸ਼ ਘੜਤਾ ਜਿਹੜੇ ਉਹਨਾਂ 'ਚ ਰੱਖੇ ਗਏ ਹੈ। ਇੰਨੇ ਸਾਲ ਬੀਤ ਜਾਣ ਬਾਅਦ ਚਾਰਜਸ਼ੀਟ, ਸਪਲੀਮੈਂਟਰੀ ਚਾਰਜਸ਼ੀਟ, ਸੈੱਟ, ਪੁੱਛ ਪੜਤਾਲ, ਅਜੇ ਵੀ ਜਾਂਚ ਜਾਰੀ ਹੈ। ਤੇ ਇਸ ਦੇ ਚੱਲਦਿਆਂ ਇੱਕ ਦਿਨ ਪਹਿਲਾਂ ਮਰਿੰਡਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਵਾਪਰੀ, ਇਹ ਸਵਾਲ ਮੈਂ ਉਸੇ ਕੜੀ ਨਾਲ ਜਾ ਕੇ ਜੋੜਦਾ ਹਾਂ
ਕਿ ਆਖਰ ਪੰਜਾਬ ਦੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਲਈ ਕੌਣ ਹੈ ਜ਼ਿੰਮੇਵਾਰ ਤੇ ਕਿਉਂ ਇਹ ਬਾਰ-ਬਾਰ ਸਾਰਾ ਕੁਝ ਵਾਪਰ ਰਿਹਾ ਹੈ। ਕੀ ਕਾਰਨ ਹੋਣਗੇ? ਇਹਨਾਂ ਮੁੱਦਿਆਂ ਤੇ ਮੈਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਜਿਹੜਾ ਆਪਣੇ ਮਹਿਮਾਨਾਂ ਦੀ ਜਾਣ ਪਹਿਚਾਣ ਕਰਾਉਣ ਤੋਂ ਪਹਿਲਾਂ ਸਾਂਝ ਪਾਉਣੀ ਚਾਹਾਂਗਾ। ਸਾਡੀ ਅੱਜ ਦੀ ਡਿਬੇਟ ਦੇ ਵਿੱਚ ਪੰਥਕ ਚਿਹਰੇ, ਸਤਿਕਾਰਤ ਮਹਿਮਾਨ, ਨਜ਼ਰੀਆ ਆਪਣਾ ਆਪਣਾ ਹੋ ਸਕਦਾ ਹੈ, ਬੇਨਤੀ ਪ੍ਰਵਾਨ ਕਰਕੇ ਆਏ ਨੇ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਹੈ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੈ, ਸਿੱਖ ਪੰਥ ਦੇ ਜਾਣੇ ਪਹਿਚਾਣੇ ਚਿਹਰੇ ਹੈ। ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈ, ਇੱਕ ਜਾਣੀ ਪਹਿਚਾਣੀ ਹਸਤੀ ਹੈ। ਹਮੀਤ ਸਿੰਘ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਇੱਕ ਜਾਣੀ ਪਹਿਚਾਣੀ ਸਿੱਖ ਹਸਤੀ। ਜੋਗਾ ਸਿੰਘ ਚੱਪੜ ਪੰਥਕ ਲਹਿਰ ਦੇ ਆਗੂ ਤੇ ਹਮੇਸ਼ਾ ਪੰਥਕ ਮੁੱਦਿਆਂ ਤੇ ਸਰਗਰਮ ਰਹਿਣ ਵਾਲੀ ਹਸਤੀ। ਬੂਟਾ ਸਿੰਘ ਬਰਾਗੀ ਰਾਜਸੀ ਵਿਸ਼ਲੇਸ਼ਕ, ਕਾਨੂੰਨੀ ਨਜ਼ਰੀਏ ਤੋਂ ਜਾਣਿਆ ਪਛਾਣਿਆ ਚਿਹਰਾ। ਇਹਨਾਂ ਸਾਰੇ ਮਹਿਮਾਨਾਂ ਨੂੰ ਮੇਰੀ ਬੇਨਤੀ ਪ੍ਰਵਾਨ ਕਰਕੇ ਇਹ ਪੈਨਲ ਤੇ ਆਉਣ ਲਈ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ, ਜੀ ਆਇਆਂ ਆਖਦਾ। ਪੀਰ ਮੁਹੰਮਦ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਕਈ ਮੁੱਦੇ ਅਜਿਹੇ ਹੁੰਦੇ ਆ ਜਿਨ੍ਹਾਂ ਤੇ ਗੱਲ ਕਰਨੀ ਪੈਂਦੀ ਹੈ, ਪਰ ਸੁਣਨ ਵਾਲੇ ਤੇ ਬੋਲਣ ਵਾਲੇ ਵੀ ਅੰਦਰੋਂ ਇੱਕ ਚੀਜ਼ ਤੇ ਇੱਕ ਅਹਿਸਾਸ ਜੋ ਦੱਸਿਆ ਨਹੀਂ ਜਾ ਸਕਦਾ, ਸਹਿ ਤੇ ਅਕਹਿ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਐਸੀ ਬਾਈਬਲ ਕਲਾਂ ਤੋਂ, ਕੋਟਕਪੂਰਾ ਗੋਲੀकांड ਤੋਂ ਘਟਨਾਵਾਂ ਸ਼ੁਰੂ ਹੋਈਆਂ, ਕਿਧਰੇ ਰੁਕਣ ਦਾ ਨਾਂ ਨਹੀਂ ਰਹਿ ਲੈਣੀਆਂ। ਆਖਰ ਕਿਉਂ ਇਹ ਵਰਤਾਰਾ? ਕੌਣ ਹੈ ਮੁੱਖ ਸਾਜ਼ਿਸ਼ਕਾਰਾ ਬੇਅਦਬੀ ਦੀਆਂ ਘਟਨਾਵਾਂ ਦੇ ਲਈ? ਕਿਵੇਂ ਦੇਖਦੇ ਹੋ? ਅਦਾਲਤਾਂ, ਸਿੱਟ, ਚਾਰ ਸੀਟਾਂ, ਸਪਲੀਮੈਂਟਰੀ ਚਾਰ ਸੀਟਾਂ, ਇਹ ਕਾਨੂੰਨੀ ਵਰਤਾਰਾ ਉਹ ਆਪਣੀ ਜਗ੍ਹਾ ਤੇ ਹੈ। ਪੀਰ ਮੁਹੰਮਦ ਜੀ, ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ, ਜਿਸ ਚੀਜ਼ ਦਾ, ਜਿਸ ਕਹਿ ਦੁੱਖ ਦਾ ਮੈਂ ਜ਼ਿਕਰ ਸਾਂਝਾ ਕਰ ਰਿਹਾ ਤੁਹਾਡੇ ਨਾਲ? ਸਿੱਧੂ ਸਾਹਿਬ, ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਘਟਨਾਕ੍ਰਮ ਵਾਪਰ ਰਿਹਾ 2015 ਤੋਂ ਹੀ ਆਪਾਂ ਗੱਲ ਕਰ ਲਈਏ, ਭਾਵੇਂ ਕਿ 1986 ਦੇ ਵਿੱਚ ਨਕੋਦਰ ਗੋਲੀकांड ਹੋਇਆ ਸੀ, ਉਦੋਂ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਉਸ ਤੋਂ ਬਾਅਦ ਜੋ ਘਟਨਾਕ੍ਰਮ ਬਾੜਾ ਜਵਾਹਰ ਸਿੰਘ ਵਾਲਾ ਤੋਂ ਲੈ ਕੇ ਬਰਗਾੜੀ ਤੇ ਫਿਰ ਅੱਜ ਮਰਿੰਡੇ ਤੱਕ ਜਿਹੜੀ ਗੱਲ ਪਹੁੰਚੀ ਹੋਈ ਏ, ਇਹ ਇੱਕ ਬਹੁਤ ਡੂੰਘੀ ਸਾਜ਼ਿਸ਼, ਇੱਕ ਇਸ ਤਰ੍ਹਾਂ ਦੀ ਘਟਨਾ ਦਾ ਜਿਹੜਾ ਇੱਕ ਸੂਤਰਧਾਰ ਉਹ ਅੱਜ ਤੱਕ ਨਹੀਂ ਲੱਭ ਸਕਿਆ। ਉਹਦਾ ਕਾਰਨ ਕੀ ਹੈ ਕਿ ਤੁਸੀਂ ਇਹ ਦੇਖੋ ਕਿ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਇਹ ਹੁਣ ਤੱਕ ਮੈਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲੋਂ ਇੱਕ ਡਾਟਾ ਲੈ ਕੇ ਆਇਆ ਸੀ। ਉਹਨਾਂ ਨੇ SGPC ਦੇ ਥਰੂ ਜਾਂ ਜੋ ਅਲੱਗ-ਅਲੱਗ ਥਾਣਿਆਂ ਦੇ ਵਿੱਚ FIR ਦਰਜ ਨੇ, 3780 ਘਟਨਾਵਾਂ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਚੁੱਕੀਆਂ ਨੇ। ਤਾਂ ਇਸ ਦੇ ਵਿੱਚ ਦੇਖੋ, ਜਦੋਂ ਕੋਈ ਘਟਨਾ ਵਾਪਰਦੀ ਹੈ, ਚਾਹੇ ਉਹ ਕਿਸੇ ਧਾਰਮਿਕ ਸਥਾਨ ਤੇ ਹੋਵੇ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ, ਤਾਂ ਇਹ ਮੈਂ ਸਮਝਣਾ ਕਿ ਇਹ ਆਪਣੇ ਆਪ ਦੇ ਵਿੱਚ ਏਡੀ ਵੱਡੀ ਦੁਖਦ ਘਟਨਾ ਹੁੰਦੀ ਹੈ ਕਿ ਜਿਵੇਂ ਕੱਲ ਜਿਹੜਾ ਮਰਿੰਡਾ ਦੇ ਵਿੱਚ ਘਟਨਾਕ੍ਰਮ ਵਾਪਰਿਆ ਤੇ ਜਿਵੇਂ ਉਸ ਦੋਸ਼ੀ ਨੇ, ਦੁਸ਼ਟ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੱਤੇ ਪਾ ਕੇ ਤੇ ਫਿਰ ਆਣ ਕੇ ਗ੍ਰੰਥੀ ਸਿੰਘਾਂ ਦੇ ਨਾਲ ਪਹਿਲਾਂ ਮਾਰਕੁੱਟ ਕੀਤੀ, ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਜਿਹੜਾ ਉਹਨਾਂ ਨੇ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ। ਇਹ ਜਿਹੜੇ ਕਰੂਰ ਚਿਹਰੇ ਨੇ, ਇਹਨਾਂ ਦੇ ਪਿੱਛੇ ਜਿਹੜੇ ਲੋਕ ਨੇ, ਉਹਨਾਂ ਨੂੰ ਨੰਗਿਆ ਕਰਨਾ ਬੜਾ ਜ਼ਰੂਰੀ ਹੈ। ਮੈਂ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਿੱਚ ਖੜਾ ਸੀ ਤਾਂ ਇੱਕ ਵਾਰ ਉਹਨਾਂ ਦੇ ਨਾਲ ਮੀਟਿੰਗ ਹੋਈ ਤਾਂ ਉਹ ਮੈਨੂੰ ਕਹਿੰਦੇ ਕਿ ਯਾਰ ਮੇਰੀ ਗੱਲ ਸੁਣੋ, ਤੁਸੀਂ ਸਾਡਾ ਵਿਰੋਧ ਕਰਦੇ ਹੋ ਬਹੁਤ ਜ਼ਿਆਦਾ, ਪਰ ਮੈਨੂੰ ਇਹ ਦੱਸੋ ਆਪਣੇ ਦਿਲ ਤੇ ਹੱਥ ਰੱਖ ਕੇ ਕਿ ਤੁਸੀਂ ਇਹ ਤੁਹਾਨੂੰ ਜੱਚਦੀ ਗੱਲ ਕਿ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਅੱਗੇ ਆ ਕੇ ਇਹ ਬੇਅਦਬੀਆਂ ਕਰਾਉਂਦਾ? ਮੈਂ ਕਿਹਾ ਜੀ ਪ੍ਰਧਾਨ ਜੀ, ਤੁਸੀਂ ਨਹੀਂ ਬੇਅਦਬੀਆਂ ਕੀਤੀਆਂ, ਲੇਕਿਨ ਜਿਨ੍ਹਾਂ ਲੋਕਾਂ ਨੇ ਕੀਤੀਆਂ ਨੇ, ਜਿੰਨੀ ਦੇਰ ਤੱਕ ਉਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ ਤਾਂ ਇਹ ਤੁਹਾਡੇ ਵੱਲ ਉਂਗਲ ਉੱਠਦੀ ਰਹੇਗੀ। ਕਹਿੰਦਾ ਉਹਦੇ ਲਈ ਕੀ ਕਰਨਾ ਚਾਹੀਦਾ? ਮੈਂ ਕਿਹਾ ਜੀ ਦੇਖੋ, ਇੱਕ ਜੇਬ ਕਤਰਾ ਵੀ ਪਕੜਿਆ ਜਾਵੇ ਨਾ, ਉਹਦੇ ਉੱਤੇ ਵੀ ਨਾਮ ਰੱਖਿਆ ਜਾਂਦਾ ਜੇ ਉਹ ਪਕੜਿਆ ਨਹੀਂ ਜਾਂਦਾ। ਤੇ ਦੇਖੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦੋਸ਼ੀ ਨੇ
ਉਹਨਾਂ ਨੂੰ ਪਕੜਨ ਵਾਸਤੇ ਕੋਈ ਤਰੀਕਾ ਤਾਂ ਲੱਭੋ। ਸਰਕਾਰਾਂ ਕੀ ਨਹੀਂ ਕਰ ਸਕਦੀਆਂ? ਸਰਕਾਰਾਂ ਜਿਹੜੇ ਆ ਹਰ ਛੋਟੇ ਵੱਡੇ ਅਪਰਾਧੀ ਨੂੰ ਕਾਬੂ ਕਰ ਲੈਂਦੀਆਂ ਨੇ, ਲੇਕਿਨ ਇੱਥੇ ਕਿਉਂ ਨਹੀਂ ਹੁੰਦਾ? ਤੁਸੀਂ ਦੇਖੋ, ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੇ ਨਾਮ ਨੂੰ ਰੱਖੇ, ਕਈ ਕੁਝ ਕੀਤਾ, ਲੇਕਿਨ ਅੱਜ ਤੱਕ ਜਿਹੜਾ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਬਣੀਆਂ ਨੇ, ਚਾਹੇ ਉਹ ਆਪਣੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਚਾਹੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣੀ, ਚਾਹੇ ਆਪ ਦੀ ਸਰਕਾਰ ਬਣੀ, ਮੈਂ ਇੱਕ ਵਾਰ ਮੰਨ ਲਈ ਨਾ ਗੱਲ ਕਿ ਇੱਕ ਪਾਰਟ ਤਾਂ ਉਹ ਹੈ ਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬੇਅਦਬੀਆਂ ਹੋਈਆਂ, ਨਹੀਂ ਸੀ ਹੋਣੀਆਂ ਚਾਹੀਦੀਆਂ। ਉਹਦੇ ਵਿੱਚ ਨਲਾਇਕੀ ਸਮਝ ਲਓ, ਉਹਦੇ ਵਿੱਚ ਢਿਲਾਈ ਸਮਝ ਲਓ, ਉਹਦੇ ਵਿੱਚ ਬਹੁਤ ਕੁਝ ਉਹਦੇ ਵਿੱਚ ਹੋਇਆ। ਲੇਕਿਨ ਜਿਹੜਾ ਉਸ ਤੋਂ ਬਾਅਦ ਦਾ ਘਟਨਾਕ੍ਰਮ ਹੈ, ਜਿਹੜਾ ਅੱਜ ਵਾਪਰਿਆ, ਇਹ ਬੰਦੇ ਤਾਂ ਗਰੰਟੀਆਂ ਦਿੰਦੇ ਸੀ, ਇਹ ਗੱਲ ਕਹਿੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੇਗੀ। ਲੇਕਿਨ ਤੁਸੀਂ ਦੇਖੋ, ਦੋਸ਼ੀ ਆ ਜਿਹੜਾ ਕੱਲ ਘਟਨਾਕ੍ਰਮ ਵਾਪਰਿਆ, ਇਸ ਤੋਂ ਅੱਗੇ ਹੋਰ ਕੁਝ ਹੋ ਸਕਦਾ? ਮੈਂ ਤਾਂ ਹੁਣ ਹੁਣ ਵੇਖੋ ਜੀ, ਮੇਰੀ ਬੇਨਤੀ ਪੂਰੀ ਹੋ ਲੈਣ ਦਿਓ। ਮੈਂ ਤਾਂ ਇੱਥੇ ਵੇਖੋ, ਪੰਥ ਦੀਆਂ ਬਹੁਤ ਮਾਇਆਨਾਜ ਹਸਤੀਆਂ ਅੱਜ ਦੀ ਡਿਬੇਟ ਦੇ ਵਿੱਚ ਜੁੜੀਆਂ ਨੇ। ਦਾਦੂਵਾਲ ਸਾਹਿਬ ਨੇ, ਕਾਲਕਾ ਸਾਹਿਬ ਨੇ, ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਤੇ ਬੈਠੇ ਨੇ। ਬਾਕੀ ਸੱਜਣ ਵੀ ਬਹੁਤ ਵੱਡੇ ਆਪਣੀ ਥਾਂ ਰੱਖਦੇ ਨੇ। ਅੱਜ ਸਾਨੂੰ ਸਾਰਿਆਂ ਨੂੰ ਇੱਕ ਮਸਲੇ ਤੇ ਇਕਜੁੱਟ ਹੋਣਾ ਪਵੇਗਾ ਕਿ ਜਿਹੜੀਆਂ ਬੇਅਦਬੀਆਂ ਕਰਨ ਵਾਲੇ ਨੇ, ਜਦੋਂ ਤੱਕ ਇਹਨਾਂ ਨੂੰ ਮਿਸਾਲੀ ਸਜ਼ਾ ਨਹੀਂ ਮਿਲਦੀ, ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਦੋਂ ਤੱਕ ਕੋਈ ਇਹੋ ਜੀ, ਜਿਵੇਂ ਦੇਖੋ ਸ਼ਰੀਅਤ ਦੇ ਵਿੱਚ ਜਿਹੜਾ ਵੀ ਕੋਈ ਇਹੋ ਜਿਹਾ ਦੋਸ਼ੀ ਹੁੰਦਾ, ਕਿਸੇ ਔਰਤ ਨਾਲ ਬੇਵਿਚਾਰ ਕਰਦਾ, ਉਹਦਾ ਉਸੇ ਵੇਲੇ ਸਿਰ ਕੱਟ ਦਿੱਤਾ ਜਾਂਦਾ। ਕੋਈ ਡਰੱਗ ਦਾ ਧੰਦਾ ਕਰਦਾ, ਉਹਦਾ ਉਸੇ ਵੇਲੇ ਸਿਰ ਕੱਟ ਦਿੱਤਾ ਜਾਂਦਾ। ਜੇ ਉਹਨਾਂ ਦੇ ਕਿਸੇ ਧਰਮ ਜੀ, ਹਰ ਮੁਲਕ ਦੇ ਹਰ ਸ਼ਰਾ ਦੇ ਆਪਣੇ ਆਪਣੇ ਕਾਇਦੇ ਕਾਨੂੰਨ ਕੰਮ ਨਾਲ ਹੁੰਦਾ। ਸਾਡੇ ਦੇਸ਼ ਦੇ ਸੰਵਿਧਾਨ ਮੁਤਾਬਕ ਕਾਰਵਾਈ ਹੋਏਗੀ ਨਾ। ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਠੋਸ ਕਦਮ ਨਹੀਂ ਚੱਕੇ ਜਾਂਦੇ। ਜੀ ਸਾਨੂੰ ਬਿਲਕੁਲ ਪੀਰ ਮੁਹੰਮਦ ਜੀ, ਮੈਂ ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਫਿਰ ਤੁਹਾਡੇ ਵੱਲ ਅਹਿਮ ਸਵਾਲ ਆ, ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਮਾਂ ਰਹਿੰਦਿਆਂ ਸਵਾਲ ਇਹਨਾਂ ਮੁੱਦਿਆਂ ਤੇ ਲਵਾਂਗੇ, ਪਰ ਇੱਕ ਸਵਾਲ ਜ਼ਰੂਰ ਮੈਂ ਲੈਣਾ ਚਾਹਾਂਗਾ। ਦੇਖੋ, ਜਿੱਦਾਂ ਆਪਾਂ ਕਹਿ ਰਹੇ ਹਾਂ, ਜਿਹੜੀਆਂ ਮੌਜੂਦਾ ਸਰਕਾਰਾਂ ਹੈਗੇ ਆ, ਉਹਨਾਂ ਦੇ ਨੁਮਾਇੰਦੇ ਨਹੀਂ ਆ। ਆਪਾਂ ਪੰਥਕ ਧਿਰ ਦੇ ਤੌਰ ਤੇ ਆਪਾਂ ਜਿਹੜੀਆਂ ਸਾਡੇ ਨਾਲ ਮਹਿਮਾਨ ਆ ਜੁੜੇ, ਆਪਾਂ ਇਸ ਮੁੱਦੇ ਤੇ ਸਵਾਲ ਲੈ ਰਹੇ ਹਾਂ। ਪਰ ਜਿਹੜੀ ਪੰਥਕ ਧਿਰ ਸੱਤਾ 'ਚ ਰਹੀ 10 ਸਾਲ ਲੰਬਾ ਸਮਾਂ, ਜੇ ਕਿਤੇ ਉਦੋਂ ਇਹੀ ਸਖਤ ਸਜ਼ਾਵਾਂ ਦੀ ਗੱਲ ਜਾਂ ਕੁਝ ਕੀਤਾ ਜਾਂਦਾ ਤਾਂ ਸ਼ਾਇਦ ਮਰਿੰਡਾ ਦੀ ਜਿਹੜੀ ਮੰਦਭਾਗੀ ਘਟਨਾਵਾਂ, ਜੇ ਇੱਦਾਂ ਦੇ ਲੋਕਾਂ ਦੀ ਹਿੰਮਤ ਨਾ ਪੈਂਦੀ, ਕਿਤੇ ਨਾ ਕਿਤੇ ਬੱਜਰ ਕਤਾਹੀ ਤਾਂ ਹੋਈ ਹੈ ਨਾ ਜੀ। ਇਹ ਤਾਂ ਮੰਨਣਾ ਪਏਗਾ ਪੀਰ ਮੁਹੰਮਦ ਜੀ। ਬਿਲਕੁਲ ਮੰਨਣਾ ਚਾਹੀਦਾ। ਮੈਂ ਤਾਂ ਕੋਈ ਡਿਬੇਟ ਤੁਸੀਂ ਕੱਢ ਕੇ ਦੇਖ ਲਓ, ਜਾਂ ਕੋਈ ਮੇਰਾ ਬਿਆਨ ਕਿਤੇ ਬਦਲਿਆ ਹੋਵੇ, ਮੈਂ ਤਾਂ ਇਹ ਗੱਲ ਕਹਿਣਾ ਕਿ ਬਹੁਤ ਵੱਡੀ ਸਾਡੀ ਇਹ ਇੱਕ ਫੇਲੀਅਰ ਸੀ ਸਾਡਾ, ਕਿ ਜੇ ਸਾਡੇ ਆਪਣੇ ਰਾਜ ਦੇ ਵਿੱਚ ਜੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ। ਪਰ ਮੈਂ ਇੱਕ ਗੱਲ ਨਾਲ ਇਹ ਵੀ ਕਹਿਣਾ ਕਿ ਇੱਕ ਸਾਜ਼ਿਸ਼ ਜਿਹੜੀ ਰਚੀ ਗਈ ਹੈ, ਉਹ ਕੌਣ ਲੋਕ ਨੇ, ਉਹ ਕਿਹੜੇ ਦਰਿੰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੀ ਸਾਜ਼ਿਸ਼। ਪੀਰ ਮੁਹੰਮਦ ਜੀ, ਬਿਲਕੁਲ ਵੱਡੀ ਸਾਜ਼ਿਸ਼ ਹੈ, ਬਿਲਕੁਲ ਠੀਕ ਫਰਮਾ ਰਹੇ ਹੋ। ਮੈਂ ਇਸ ਮੁੱਦੇ ਤੇ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣਾ, ਤੁਸੀਂ ਬਣੇ ਰਹੋ, ਆਪਾਂ ਬਾਕੀਆਂ ਦਾ ਵੀ ਇਸੇ ਮੁੱਦੇ ਤੇ ਵੱਡੀ ਸਾਜ਼ਿਸ਼ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਦਾਦੂਵਾਲ ਸਾਹਿਬ, ਤੁਸੀਂ ਪੰਥਕ ਨੁਮਾਇੰਦੇ, ਜਿੱਦਾਂ ਕਹਿ ਰਿਹਾ ਦੁਨੀਆ ਭਰ 'ਚ ਬੈਠੇ ਪੰਜਾਬੀ ਸਿੱਖ ਭਾਈਚਾਰਾ ਤੁਹਾਡਾ ਸਤਿਕਾਰ ਕਰਦਾ ਹੈ। ਜਿੱਦਾਂ ਪੀਰ ਮੁਹੰਮਦ ਉਹਨਾਂ ਨੇ ਗੱਲ ਕੀਤੀ ਹੈ ਕਿ ਬੇਅਦਬੀ ਇੱਕ ਵੱਡੀ ਸਾਜ਼ਿਸ਼ ਦੀ ਗੱਲ ਤਾਂ ਹੈ ਹੀ ਹੈ, ਪਰ ਵੱਡੀ ਸਾਜ਼ਿਸ਼ ਰੁਕ ਕਿਉਂ ਨਹੀਂ ਪਾ ਰਹੀ? ਅਸੀਂ ਆਪਣੇ ਆਪ ਨੂੰ ਬੜੇ ਤਾਕਤਵਰ, ਵੱਡੀਆਂ ਗੱਲਾਂ ਕਰਦੇ ਹਾਂ, ਸਾਡਾ ਪਿਛੋਕੜ ਹੈ, ਸਾਡਾ ਇਤਿਹਾਸ ਆ, ਬਹੁਤ ਕੁਝ ਸਾਡੇ ਨਾਲ ਹੈਗਾ ਜਿਹਦੀ ਅਸੀਂ ਗੱਲ ਕਰਦੇ ਹਾਂ, ਪਰ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੁਕ ਪਾ ਰਹੀਆਂ। ਕਿਵੇਂ ਦੇਖਦੇ ਹੋ ਦਾਦੂਵਾਲ ਸਾਹਿਬ, ਕਿਉਂ ਹੋਇਆ? ਦੇਖੋ ਸਿੱਧੂ ਸਾਹਿਬ ਸਰਦਾਰ ਕਰਨੈਲ ਸਿੰਘ ਹੁਣਾਂ ਨੇ ਇੱਕ ਗੱਲ ਕਹੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਮਿਲੇ, ਜਦੋਂ ਵਿਰੋਧੀ ਧਿਰ 'ਚ ਖੜੇ ਹੁੰਦੇ ਸੀ, ਤਾਂ ਉਹਨਾਂ ਨੇ ਕਿਹਾ ਕਿ ਮੈਂ ਬੇਅਦਬੀ ਕਰਵਾ ਸਕਦਾ, ਤੁਸੀਂ ਦੱਸੋ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇੱਥੇ ਸਰਦਾਰ ਕਰਨੈਲ ਸਿੰਘ ਜੀ, ਅੱਜ ਤੱਕ ਦੀਆਂ ਸਾਡੀਆਂ ਵੀ ਤੁਸੀਂ ਡਿਬੇਟਾਂ ਜਿਹੜੀਆਂ ਜਾਂ ਜੋ ਵਿਚਾਰ ਚਰਚਾ ਇੰਟਰਵਿਊ ਹੋਈਆਂ, ਤੁਸੀਂ ਦੇਖੋ, ਅਸੀਂ ਕਦੇ ਨਹੀਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਂ ਅਕਾਲੀ ਦਲ ਨੇ ਬੇਅਦਬੀ ਕੀਤੀ ਆ ਜੀ। ਅਸੀਂ ਸਿਰਫ ਇਹ ਗੱਲ ਕਹਿੰਦੇ ਆ ਕਿ ਉਹ ਸਰਕਾਰ ਵਿੱਚ ਸੀ, ਸੱਤਾ ਵਿੱਚ ਸੀ, ਉਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸ਼ੈਲਟਰ ਦਿੱਤਾ, ਪਨਾਹ ਦਿੱਤੀ ਆ, ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਆ। ਇਹੀ ਸਭ ਤੋਂ ਵੱਡਾ ਦੁੱਖ ਰਿਹਾ। ਭਾਵੇਂ ਕਿ ਬੇਅਦਬੀਆਂ ਅੱਜ ਤੱਕ ਹੋ ਰਹੀਆਂ ਨੇ, ਕੈਪਟਨ ਦੇ ਰਾਜ 'ਚ ਵੀ ਹੋਈਆਂ, ਚੰਨੀ ਦੇ ਰਾਜ 'ਚ ਵੀ ਹੋਈਆਂ, ਹੁਣ ਭਗਵੰਤ ਮਾਨ ਦੇ ਰਾਜ 'ਚ ਵੀ ਹੋ ਰਹੀਆਂ, ਰੁਕ ਨਹੀਂ ਰਹੀਆਂ। ਇਹਦੇ ਪਿੱਛੇ ਵੱਡੀ ਸਾਜ਼ਿਸ਼ ਆ।
ਪਰ ਉਹ ਜਿਵੇਂ ਕਹਿੰਦੇ ਆ ਨਾ, ਅਸੀਂ ਗੈਰਾਂ ਤੇ ਦੁੱਖ ਦੂਜੇ ਜਿਹੜੇ ਜਿਨ੍ਹਾਂ ਨੂੰ ਕਿਸੇ ਨੂੰ ਕਾਮਰੇਡ ਕਹਿਤਾ, ਕਿਸੇ ਨੂੰ ਕਾਂਗਰਸੀ ਕਹਿਤਾ, ਉਹਨਾਂ ਤੇ ਦੁੱਖ ਨਹੀਂ, ਸਾਨੂੰ ਦੁੱਖ ਆ ਆਪਣੇ ਪੰਥ, ਜਿਨ੍ਹਾਂ ਨੂੰ ਅਸੀਂ ਪੰਥ ਦੀ ਸਰਕਾਰ ਕਹਿੰਦੇ ਸੀ, ਪੰਥ ਦੀ ਨੁਮਾਇੰਦਾ ਜਥੇਬੰਦੀ ਕਹਿੰਦੇ ਸੀ। ਜੀ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਉਹਨਾਂ ਨੇ ਕਿਉਂ ਨਹੀਂ ਉਹ ਸਾਜ਼ਿਸ਼ ਨੂੰ ਨੰਗਾ ਕੀਤਾ? ਜਿਹੜੇ ਸਾਜ਼ਿਸ਼ ਘਾੜੇ ਸੀ ਉਹਨਾਂ ਦੀ ਪੁਸਤ ਪਣਾਈ ਕਿਉਂ ਕੀਤੀ? ਸਾਨੂੰ ਤਾਂ ਦੁੱਖ ਇਹ ਆ, ਜਿਵੇਂ ਉਹ ਸਿਬਲੀ ਵਾਲੀ ਜਿਹੜੀ ਉਹ ਦੋ ਲਾਈਨਾਂ ਸਾਂਝੀਆਂ ਕਰਦੇ ਹੁੰਦੇ ਪ੍ਰਚਾਰਕ, ਕਿ ਲੋਕਾਂ ਦੇ ਪੱਥਰਾਂ ਦੀ ਸਾਨੂੰ ਦਰਦ ਰਤਾ ਨਾ ਹੋਈ, ਮਿੱਤਰਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ। ਸਾਨੂੰ ਲੋਕਾਂ ਦੇ ਪੱਥਰਾਂ ਦੀ, ਜੋ ਲੋਕਾਂ ਨੇ ਕੀ ਕੀਤਾ, ਗੈਰਾਂ ਨੇ ਕੀ ਕੀਤਾ, ਉਹਦਾ ਨਹੀਂ ਸਾਨੂੰ ਦੁੱਖ ਆ ਕਿ ਸਾਡੀ ਪੰਥਕ ਕਹਾਉਂਦੀ ਸਰਕਾਰ ਹੋਵੇ, ਜਿਨ੍ਹਾਂ ਨੇ ਫਖਰੇ ਕੌਮ ਦੇ ਅਵਾਰਡ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਹੋਣ ਤੇ ਉਹਨਾਂ ਦੇ ਰਾਜ ਚ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਜਾਣ ਤੇ ਉਹਦੇ ਬਾਰੇ ਜਿਹੜਾ ਹੈਗਾ ਉਹਨਾਂ ਨੂੰ ਪਤਾ ਵੀ ਲੱਗ ਜਾਵੇ ਕਿ ਡੇਰੇ ਸਰਸੇ ਦਾ ਹੱਥ ਹੈ, ਡੇਰਾ ਮੁਖੀ ਦਾ ਹੱਥ ਆ, ਉਹਦੇ ਪੈਰੋਕਾਰ ਆ, ਤੇ ਉਹਨਾਂ ਨੂੰ ਬਚਾਉਣ ਵਾਲੇ ਪਾਸੇ ਤੁਰ ਪੈਣ। ਸਾਨੂੰ ਦੁੱਖ ਇਹ ਹੈ ਇਹ ਬੇਅਦਬੀ ਦੀਆਂ ਘਟਨਾਵਾਂ ਤਾਂ ਹੀ ਨਹੀਂ ਰੁਕ ਰਹੀਆਂ ਕਿ ਸਾਡੇ ਆਪਣਿਆਂ ਨੇ ਗਲਤ ਪਿਰਤ ਪਾ ਦਿੱਤੀ ਉਹਨਾਂ ਨੂੰ ਬਚਾਉਣ ਦੀ। ਜੇ ਕੁਝ ਫੜੇ ਗਏ ਉਹਨਾਂ ਦੀਆਂ ਝੱਟ ਜ਼ਮਾਨਤਾਂ ਹੋ ਗਈਆਂ ਤੇ ਆਇਆਂ ਨੂੰ 10-10 ਗਨਮੈਨ ਦੇ ਦਿੱਤੇ, ਤੇ ਦੂਜੇ ਜਿਹੜੇ ਦੋਸ਼ੀ ਸੀ ਸਾਜ਼ਿਸ਼ ਕਰਨ ਵਾਲੇ ਉਹਨਾਂ ਦਾ ਹੌਸਲਾ ਹੋਰ ਵੱਧ ਗਿਆ। ਸਾਨੂੰ ਦੁੱਖ ਇਸ ਗੱਲ ਦਾ ਵਾ। ਅਸੀਂ ਕਦੇ ਨਹੀਂ ਕਹਿੰਦੇ ਕਿ ਬੇਅਦਬੀ ਬਾਦਲ ਪਰਿਵਾਰ ਨੇ ਕੀਤੀ, ਅਸੀਂ ਕਹਿੰਦੇ ਆ ਕਿ ਕਰਨ ਵਾਲਿਆਂ ਨੂੰ ਸ਼ੈਲਟਰ ਦਿੱਤਾ, ਪਨਾਹ ਦਿੱਤੀ, ਪੁਸਤ ਪਣਾਈ ਕੀਤੀ। ਸਿੱਖ ਨੌਜਵਾਨਾਂ ਦਾ ਕਾਤਲ ਜਿਹੜਾ ਡੀਜੀਪੀ ਲਾ ਦਿੱਤਾ ਪੰਜਾਬ ਦਾ, ਸੁਮੇਧ ਸਿੰਘ ਸੈਣੀ, ਜਿਹਨੇ ਸਾਡੇ ਬੱਚੇ ਕੋਹ ਕੇ ਮਾਰੇ, ਉਹਨੂੰ ਸ਼ੈਲਟਰ ਦਿੱਤਾ। ਦੇਖੋ ਉਹਦੇ ਜਿਹੜੇ ਕਤਲੇਆਮ ਸੀ ਉਹਨੂੰ ਸਹੀ ਠਹਿਰਾਇਆ ਜੋ ਉਹਨੇ ਕੁਝ ਕੀਤਾ ਸੀ। ਸਾਨੂੰ ਦੁੱਖ ਇਸ ਗੱਲ ਦਾ, ਤਾਂ ਹੀ ਇਹ ਜਿਹੜਾ ਹੈਗਾ ਭੁਗਤਣਾ ਪੈ ਰਿਹਾ। ਅੱਜ ਦੇਖੋ ਉਸ ਬਾਦਲ ਪਰਿਵਾਰ ਨੂੰ ਅੱਜ ਹਾਸ਼ੀਏ ਤੇ ਚਲੇ ਗਏ, ਪੈਰਾਂ ਥੱਲਿਓਂ ਸਿਆਸੀ ਜ਼ਮੀਨ ਖਿਸਕ ਗਈ, ਕੰਧਾਂ 'ਚ ਵੱਜਦੇ ਫਿਰਦੇ ਆ। ਉਹੀ ਹਾਲ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ। ਜੇ ਉਹਨੇ ਨਹੀਂ ਕੀਤਾ ਤੇ ਉਹਦੀ ਪਾਰਟੀ ਨੇ ਉਹਨੂੰ ਧੂ ਕੇ ਘੜੀਸ ਕੇ ਤਖਤ ਤੋਂ ਲਾ ਦਿੱਤਾ। ਅੱਜ ਕੀ ਹਾਲਾਤ ਆ ਉਹਦੇ। ਔਰ ਜੇ ਇਹੀ ਰਾਜ ਦੇ ਵਿੱਚ ਆਹੀ ਕੁਛ ਜੇ ਇਹਨਾਂ ਨੇ ਵੀ ਨੰਗਾ ਨਾ ਕੀਤਾ ਤਾਂ ਤੁਸੀਂ ਦੇਖਣਾ ਸੰਗਰੂਰ ਕੀ ਹੋਇਆ। ਦੇਖੋ ਸੰਗਰੂਰ ਸੱਤਾ ਦੇ ਅਜੇ 3 ਮਹੀਨੇ ਨਾ ਹੋਏ ਹੋਣ ਤੇ ਲੋਕਾਂ ਨੇ ਖਿਲਾਫ ਫਤਵਾ ਦੇ ਦਿੱਤਾ ਹੋਵੇ। ਇਹ ਬੇਅਦਬੀ ਜਿਹੜਾ ਇੱਕ ਮੈਂ ਕਹਿਣਾ ਚਾਹੂੰ ਇਹ ਸਾਡੀਆਂ ਭਾਵਨਾਵਾਂ ਨਾਲ ਜੁੜੀ ਹੋਈ ਗੱਲ ਆ। ਹਿਰਦੇ ਬਲੂੰਦਰੇ ਪਏ ਦੁਨੀਆ 'ਚ ਵੱਸਦੇ ਸਿੱਖਾਂ ਦੇ ਕਿ ਅਜੇ ਤੱਕ ਇਨਸਾਫ ਕਿਉਂ ਨਹੀਂ ਹੋਇਆ, ਬੇਅਦਬੀਆਂ ਕਿਉਂ ਬਾਰ-ਬਾਰ ਹੋ ਰਹੀਆਂ, ਸਾਜ਼ਿਸ਼ ਨੰਗੀ ਕਿਉਂ ਨਹੀਂ ਹੋ ਰਹੀ। ਹੁਣ ਇੱਕ ਫਰੀਦਕੋਟ ਦੇ ਵਿੱਚ ਆ ਤੇ ਫਰੀਦਕੋਟ 'ਚ ਗੁਟਕਾ ਸਾਹਿਬ ਦੇ ਪੱਤਰੇ ਖਿਲਾਰੇ ਆ ਤੇ ਫੜਿਆ ਕੌਣ ਗਿਆ? ਇੱਕ ਸਾਦਕ ਚਰਚ ਦਾ ਪਾਦਰੀ, ਇੱਕ ਵਿੱਕੀ ਮਸੀਹ ਨਾਂ ਦਾ ਪਾਦਰੀ, ਈਸਾਈ ਪਾਦਰੀ ਫੜਿਆ ਗਿਆ। ਉਹਨੇ ਆਪਣੇ ਧਰਮ ਨੂੰ ਲੀਕ ਲਾ ਦਿੱਤੀ। ਕੀ ਹੁਣ ਇਹੋ ਜਿਹੇ ਪਾਦਰੀ ਜਿਹੜੇ ਆ ਉਹ ਬੇਅਦਬੀ ਕਰਾ ਰਹੇ ਆ? ਉਹਦੇ ਪਿੱਛੇ ਜਿੱਦਾਂ ਇੱਧਰ ਡੇਰਾ ਸਿਰਸਾ ਮੁਖੀ ਸੀ ਦਦੂਵਾਲ ਸਾਹਿਬ, ਉੱਥੇ ਦਾ ਪਾਦਰੀ ਫੜਿਆ ਗਿਆ। ਮਰਿੰਡੇ ਜਿਹੜਾ ਹੈਗਾ, ਜੇ ਸਵਾਲ ਇਹ ਨਹੀਂ ਕਿ ਪਗੜੀਧਾਰੀ ਹੈ ਜਾਂ ਨੌਨ ਪਗੜੀਧਾਰੀ ਹੈ, ਸਾਡੇ ਪਗੜੀਧਾਰੀ ਨਹੀਂ ਬੇਅਦਬੀ ਕਰਤੀ ਅੰਦਰ ਜਾ ਕੇ। ਬਿਲਕੁਲ ਬਹੁਤ ਥਾਈਂ ਇਹੋ ਜੀ ਗੱਲ ਸਾਹਮਣੇ ਆਈ, ਜਿਹੜੇ ਸਿੱਖ ਚਿਹਰੇ ਵੀ ਸਾਹਮਣੇ ਆਏ ਆ। ਪਰ ਹੁਣ ਇਹਦੇ ਵਿੱਚ ਦੇਖੋ ਜਿਹੜਾ ਬਰਗਾੜੀ ਬੇਅਦਬੀ ਕਾਂਡ ਸੀ ਇਹਦੇ ਵਿੱਚ ਡੇਰਾ ਸਰਸਾ ਮੁਖੀ ਸੀਗਾ। ਸਾਜ਼ਿਸ਼ ਘਾੜਾ ਪੰਜਾਬ ਪੁਲਿਸ ਦੀ ਸਿੱਟ ਨੇ ਜਿਹੜਾ ਚਲਾਨ ਪੇਸ਼ ਕੀਤਾ ਬਰਗਾੜੀ ਬੇਅਦਬੀ ਕਾਂਡ ਦੀਆਂ 3 FIRਾਂ ਦਾ ਜਿਹੜਾ ਚਲਾਨ ਹੋਇਆ SPS ਪਰਮਾਰ ਦੀ ਸਿੱਟ ਨੇ ਦਿੱਤਾ। ਉਹਦੇ ਵਿੱਚ ਅੱਜ ਤੱਕ ਕਿਉਂ ਨਹੀਂ ਪੰਜਾਬ 'ਚ ਲਿਆਂਦਾ ਗਿਆ? ਉਹਨੂੰ ਕਿਉਂ ਨਹੀਂ ਪੁੱਛਗਿੱਛ ਉਹਦੀ ਕੀਤੀ ਗਈ? ਕਿਉਂ ਨਹੀਂ ਉਹਦੇ ਜੇਲ੍ਹ ਦੇ ਵਿੱਚ ਕਿਹੜੀ ਪੁੱਛਗਿੱਛ ਹੁੰਦੀ ਆ? ਕਿਉਂ ਨਹੀਂ ਉਹਨੂੰ ਇੱਥੇ ਲਿਆਂਦਾ? ਕਿਉਂ ਮੁੜ ਕੇ ਨੋਟਾਂ ਵੋਟਾਂ ਦੇ ਸਮਝੌਤੇ ਹੋ ਜਾਂਦੇ? ਕਿਉਂ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਂਦਾ? ਕਿਉਂ ਪੁਸਤ ਪਣਾਈ ਕੀਤੀ ਜਾਂਦੀ ਆ? ਬਿਲਕੁਲ ਇਹੀ ਦੁੱਖ ਹੈ, ਤਾਂ ਹੀ ਇਹ ਘਟਨਾਵਾਂ ਰੁਕ ਹੀ ਰਹੀਆਂ। ਐਂ ਸਵਾਲ ਹੈ ਤੁਹਾਡਾ ਕਮੈਂਟ ਜਿਹੜਾ ਆ ਗਿਆ ਦਦੂਵਾਲ ਸਾਹਿਬ, ਫਿਰ ਮੈਂ ਇਸ ਮੁੱਦੇ ਤੇ ਆਵਾਂਗਾ। ਕਾਲਕਾ ਜੀ, ਸਵਾਲ ਤਾਂ ਇੱਕੋ ਹੀ ਹੈ, ਕਿਸ ਨਜ਼ਰੀਏ ਤੋਂ ਦੇਖਦੇ ਹੋ ਕਿ ਜੋ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਕਿੱਡੀ ਵੱਡੀ ਸਾਜ਼ਿਸ਼ ਹੈ? ਮਾਮਲਾ ਸ਼ੁਰੂ ਹੋਇਆ ਜਦੋਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ, ਤੇ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਮਰਿੰਡੇ ਤੱਕ ਵਾਪਰ ਗਈ ਬਹੁਤ ਵੱਡੀ ਮੰਦਭਾਗੀ ਘਟਨਾ। ਆਪਾਂ ਆਪਣੇ ਆਪ ਨੂੰ ਬਹੁਤ ਸ਼ਕਤੀਸ਼ਾਲੀ ਪੰਥ ਮੰਨਦਾ, ਬਹੁਤ ਸਾਰੇ ਮੁੱਦਿਆਂ ਤੇ ਅਸੀਂ ਕਹਿੰਦੇ ਸਾਡੇ ਜਿਹੜਾ ਯੋਧਾ ਕੋਈ ਨਹੀਂ। ਕਿਉਂ ਵਾਪਰ ਰਿਹਾ ਹੈ ਸਾਰਾ ਕੁਝ? ਦਦੂਵਾਲ ਸਾਹਿਬ ਨੇ ਕਹੀ ਹੈ ਕਿ ਜਦ ਇਹ ਜਿਹੜੀਆਂ ਵਾਪਰੀਆਂ ਘਟਨਾਵਾਂ ਪਹਿਲੇ ਹੋਈਆਂ, ਸ਼ੁਰੂਆਤ ਹੋਈ ਹੈ, ਉਹਦੇ ਉੱਤੇ ਜੇ ਸਖਤ ਐਕਸ਼ਨ ਲੈ ਗਏ ਹੁੰਦੇ ਤੇ ਫਿਰ ਕਿਧਰੇ ਨਾ ਕਿਧਰੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪਿਆ ਰਹਿੰਦਾ। ਇੰਨੇ ਸਾਲ ਹੁਣੇ ਪੀਰ ਮੁਹੰਮਦ ਸਾਲ ਕੀਤੀ 1988 ਤੋਂ ਲੈ ਕੇ ਤੇ ਅਸੀਂ ਅੱਜ ਤੱਕ ਦਾ ਸਫ਼ਰ, ਤਕਰੀਬਨ 35 ਸਾਲਾਂ ਦੇ ਵਿੱਚ ਪੰਥ ਦੀ ਸਰਕਾਰਾਂ ਕਈ ਵਾਰ ਰਹੀ ਹੈ, ਇੱਕ ਵਾਰ ਨਹੀਂ, 2 ਵਾਰ ਨਹੀਂ, ਕਈ ਵਾਰ ਪੰਥ ਦੀ ਸਰਕਾਰ ਰਹੀ। ਅਸੀਂ ਕੋਈ ਇਹੋ ਜਿਹਾ ਸਟੈਪ ਨਹੀਂ ਚੁੱਕਿਆ ਕਿ ਅਸੀਂ ਇੱਕ ਡਰ ਪਾ ਸਕੀਏ ਆਪਣੇ ਧਰਮ ਨੂੰ ਬਚਾਉਣ ਵਾਸਤੇ। ਅਸੀਂ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਧਰਮ ਗ੍ਰੰਥ ਦੇ ਉੱਤੇ ਹਮਲਾ ਕੀਤਾ ਹੋਏ, ਸੋ ਇਹ
ਬੜੀ ਵੱਡੀ ਵਾਰੀ ਸਰਕਾਰਾਂ ਦੀ ਉਸ ਤੋਂ ਬਾਅਦ ਉਹਨੇ ਗੱਲ ਤਾਂ ਅਸੀਂ ਹੁਣ ਬਰਗਾੜੀ ਦੀ ਗੱਲ ਕਰੀਏ, ਗੁਰਜਵਾਰ ਸਿੰਘ ਵਾਲਾ, ਉੱਥੋਂ ਮਹਾਰਾਜ ਦਾ ਸਰੂਪ ਚੋਰੀ ਹੁੰਦਾ ਔਰ ਉੱਥੇ ਜਿਹੜੇ ਬੰਦੇ ਉਹਦੇ ਚਸ਼ਮਦੀਦ ਗਵਾਹ ਸੀ, ਜਿਹੜੇ ਨੇ ਸਭ ਕੁਝ ਕੀਤਾ, ਸਾਰਾ ਕੁਝ ਕਰਵਾਇਆ, ਉਹਨਾਂ ਲੋਕਾਂ ਨੂੰ ਜਦ ਉੱਥੇ ਦੇ ਬੱਚੇ ਸੋਧਾਂ ਲਾਈਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ ਸਰਕਾਰੀ ਗਵਰਨਮੈਂਟ ਤੇ ਹੈ। ਸੋ ਕਿਧਰੇ ਨਾ ਕਿਧਰੇ ਇਹ ਗੱਲ ਆਉਂਦੀ ਹੈ ਕਿ ਜਿੱਥੇ ਵੋਟਾਂ ਦੀ ਰਾਜਨੀਤੀ ਸ਼ੁਰੂ ਹੁੰਦੀ ਹੈ ਉੱਥੇ ਸਾਰਾ ਕੁਝ ਅਣਦੇਖਾ ਕਰਤਾ ਜਾਂਦਾ ਹੈ ਔਰ ਜਿਹੜੇ ਰਾਹ ਸਿੱਧਾ ਡੇਰੇ ਵੱਲ ਜਾਂਦੇ ਸੀ ਉਹਨਾਂ ਨੂੰ ਬੰਦ ਕਰਤੇ ਗਏ, ਕਿੱਥੇ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ। ਸੋ ਇਹ ਸਾਰੀਆਂ ਗੱਲਾਂ ਇੱਕ ਚਿੰਨ੍ਹ ਬਣਾਉਂਦੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਕਿੱਥੇ ਕਿੱਥੇ ਸਾਨੂੰ ਇਹ ਜ਼ਿੰਮੇਵਾਰੀ ਅਸੀਂ ਕੀਤੀ ਹੁੰਦੀ ਤਾਂ ਤੁਹਾਨੂੰ ਯਾਦ ਹੋਏਗਾ ਜੇ 1900 ਚ ਪਟਿਆਲੇ ਵਾਲੇ ਦੇ ਚੇਲੇ ਨੇ ਜਦੋਂ ਬੇਇੱਜ਼ਤੀ ਕੀਤੀ ਸੀ, ਉਹਦਾ ਕੇਸ ਟ੍ਰਾਂਸਫਰ ਕਰਕੇ ਅੰਬਾਲਾ ਕਰਤਾ ਔਰ ਉਸ ਤੋਂ ਬਾਅਦ ਉਹ ਉੱਥੋਂ ਬਚਾਅ ਕਰਕੇ ਨਿਕਲ ਗਿਆ। ਹੁਣ ਐਸੀ ਤਰੀਕੇ ਦੇ ਤੁਹਾਡੇ ਬਰਗਾੜੀ ਦਾ ਕੇਸ ਹੈ, ਚੰਡੀਗੜ੍ਹ ਕਰਤਾ, ਕੁਝ ਸਾਲ ਬਰੀ ਕਰਤੇ ਜਾਣਗੇ ਬੰਦੇ। ਸੋ ਇਹਦੇ ਉੱਤੇ ਜਦ ਤੱਕ ਪੰਥ ਦੀ ਸਰਕਾਰਾਂ ਚਲਾਉਣ ਵਾਲੀਆਂ, ਸਰਕਾਰ ਮੈਂ ਕਹਿੰਦਾ ਕਿ ਅੱਜ ਜਿਹੜੀ ਸਰਕਾਰ ਨੂੰ ਅਸੀਂ ਦੋਸ਼ ਲਾਵਾਂਗੇ ਅਸੀਂ ਉਹਨਾਂ ਨੂੰ ਉਮੀਦ ਰੱਖ ਕਿਸ ਤਰ੍ਹਾਂ ਸਕਦੇ ਹਾਂ, ਜਿਨ੍ਹਾਂ ਨੂੰ ਪੰਥ ਦੇ ਬਾਰੇ ਨਹੀਂ ਪਤਾ, ਜਿਨ੍ਹਾਂ ਨੂੰ ਗੁਰੂ ਗ੍ਰੰਥ ਬਾਰੇ ਨਹੀਂ ਪਤਾ। ਇਸ ਕੇਸ ਨੂੰ ਉਮੀਦ ਰੱਖੀਏ ਪੰਥ ਦੀ ਕੁਰਬਾਨੀਆਂ ਭਰੀ ਸਰਕਾਰ ਸੀ, ਪਾਰਟੀ ਦੀ ਸਰਕਾਰ ਬਣੀ ਹੈ, ਉਹਨੇ ਉਹ ਗੈਰ ਜ਼ਿੰਮੇਵਾਰ ਨਾਲ ਰਹੀ ਹੋਈ ਤੇ ਕਿਧਰੇ ਨਾ ਕਿਧਰੇ ਸਵਾਲੀਆ ਨਿਸ਼ਾਨ ਸਾਡੇ ਆਪਣੇ। ਬਿਲਕੁਲ ਜਿਹੜਾਗਾ ਕਾਲਕਾ ਜੀ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਹੋ, ਜਿਹੜੀ ਪੰਥਕ ਸਰਕਾਰਾਂ ਸੀ ਉਹਨਾਂ ਬਾਰੇ ਹੁਣ ਜਿਹੜੀਆਂ ਗੈਰ ਪੰਥਕ ਸਰਕਾਰਾਂ ਹੈ ਉਹ ਆ ਕੇ ਕਹਿ ਰਹੀਆਂ ਕਿ ਅਸੀਂ ਨਿਆਂ ਤੇ ਇਨਸਾਫ ਦਿਵਾਵਾਂਗੇ, ਫਿਰ ਸਵਾਲ ਤਾਂ ਉੱਠਣਗੇ ਹੀ। ਜੋਗਾ ਸਿੰਘ ਜੀ, ਇਸੇ ਮੁੱਦੇ ਤੇ ਜੇ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ ਆ ਰਹੀ ਹੈ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਵੱਡੀ ਸਾਜ਼ਿਸ਼ ਇੱਕ ਤਾਂ ਹਾਈ ਹੈ, ਇਸ ਮੁੱਦੇ ਤੇ ਕੋਈ ਦੋ ਰਾਏ ਨਹੀਂ। ਜਿੱਦਾਂ ਕਾਲਕਾ ਜੀ ਨੇ ਕਿਹਾ ਬਾਈਬਲ ਕਲਾਂ ਕੋਟਕਪੂਰਾ ਤੇ ਉੱਥੋਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਉੱਥੋਂ ਲੈ ਕੇ ਮਰਿੰਡਾ ਤੱਕ, ਇਹ ਕਿਉਂ ਹੈ ਵਰਤਾਰਾ? ਕਿਧਰੇ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਗੈਰ ਪੰਥਕ ਸਰਕਾਰਾਂ ਜਿਨ੍ਹਾਂ ਦੀ ਆਪਾਂ ਗੱਲ ਕਰਦੀਆਂ ਉਹ ਕਹਿ ਰਹੀਆਂ ਕਿ ਅਸੀਂ ਨਿਆਂ ਤੇ ਇਨਸਾਫ ਦਿਵਾਵਾਂਗੇ, ਸਾਡੀਆਂ ਆਪਣੀਆਂ ਸਰਕਾਰਾਂ ਇਦਾਂ ਹੀ ਚਲੀਆਂ ਗਈਆਂ, ਤੇ ਸਵਾਲ ਉਹਨਾਂ ਬਾਰੇ ਉੱਠ ਰਹੇ ਹੈ। ਸਿੱਧੂ ਸਾਹਿਬ ਦੇਖੋ, ਹੁਣੇ ਗੱਲ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਉਹਨਾਂ ਨੇ ਕੀਤੀ ਸੀ ਕਿ ਇਹ ਬੇਅਦਬੀ ਦੀ ਘਟਨਾ ਨਕੋਦਰ ਕਾਂਡ ਵੀ ਇਹਨਾਂ ਨੇ ਗੱਲ ਕੀਤੀ ਸੀ ਕਿ ਨਕੋਦਰ ਵਿਖੇ ਵੀ ਹੋਈ ਸੀ। ਜਿਹੜਾ ਨਕੋਦਰ ਵਿਖੇ ਬੇਅਦਬੀ ਦੀ ਘਟਨਾ ਹੋਈ, ਉੱਥੇ ਜਿਹੜੇ ਦੋ ਨੌਜਵਾਨਾਂ ਦੇ ਮੂੰਹਾਂ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਚਾਰ ਸਿੱਖ ਨੌਜਵਾਨ ਜੀ, ਚਾਰ ਸਿੱਖ ਨੌਜਵਾਨ ਜਿਹੜੇ ਕਤਲ ਕਰ ਦਿੱਤੇ ਗਏ ਸੀ ਅਜ਼ਹਾਰ ਆਲਮ ਵੱਲੋਂ, ਤੇ ਡੀਸੀ ਸੀਗਾ ਉਦੋਂ ਦਰਬਾਰਾ ਸਿੰਘ ਗੁਰੂ, ਉਹਨੇ ਆਰਡਰ ਦਿੱਤਾ ਸੀ। ਮੈਂ ਉਹਨਾਂ ਚੋਂ ਇੱਕ ਨੌਜਵਾਨ ਦੇ ਪਿਤਾ ਹਰੇਕ ਸਾਲ ਨੇੜਲੇ ਪਿੰਡ ਉੱਥੇ ਬਰਸੀ ਮਨਾਉਂਦੇ ਆ, ਮੈਂ 2 ਬਰਸੀਆਂ ਤੇ ਜਾ ਕੇ ਵੀ ਆਇਆ ਤੇ ਮੈਂ ਇੱਕ ਮਹਿਸੂਸ ਕਰਦਾ ਕਿ ਜਿਸ ਡੀਸੀ ਨੇ ਆਰਡਰ ਕੀਤੇ ਹੋਣ ਤੇ ਜਿਸ ਐਸਐਸਪੀ ਨੇ ਉਸ ਸਮੇਂ ਉਹਨਾਂ ਨੌਜਵਾਨਾਂ ਨੂੰ ਮਾਰਿਆ ਹੋਵੇ ਤੇ ਉਹਨੂੰ ਫਿਰ ਅਕਾਲੀ ਦਲ ਬਾਦਲ ਦਾ ਵਾਈਸ ਪ੍ਰਧਾਨ ਬਣਾ ਕੇ ਐਮਐਲਏ ਦੀਆਂ ਚੋਣਾਂ ਲੜਾਈਆਂ ਗਈਆਂ ਤੇ ਉਸ ਸਮੇਂ ਦੇ ਡੀਸੀ ਨੂੰ ਅਕਾਲੀ ਦਲ ਵੱਲੋਂ ਚੋਣਾਂ ਲੜਾਈਆਂ ਗਈਆਂ। ਫਿਰ ਉਹਨੂੰ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਡੀਸੀ ਬਣਾਇਆ ਗਿਆ ਹੋਵੇ। ਸੋ ਜਦੋਂ ਅਕਾਲੀ ਦਲ ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਨੇ, ਸੁਖਬੀਰ ਸਿੰਘ ਬਾਦਲ ਨੇ ਉਹਨਾਂ ਲੋਕਾਂ ਨੂੰ ਐਡੇ ਰੁਤਬੇ ਦੇਤੇ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਦੇ ਸੰਬੰਧ ਵਿੱਚ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰਿਆ ਹੋਵੇ, ਤੇ ਉਸ ਤੋਂ ਬਾਅਦ ਬਾਈਬਲ ਤੇ ਬਰਗਾੜੀ ਦੇ ਵਿੱਚ ਆ ਜਾਓ। ਸੋ ਮੈਂ ਮਹਿਸੂਸ ਕਰਦਾ ਜੀ ਕਿ ਇੱਕ ਪਾਸੇ ਤਾਂ ਪੰਥਕ ਕਹਾਉਣ ਵਾਲੇ ਲੋਕਾਂ ਦੇ ਸਮੇਂ ਸ਼ੁਰੂ ਤੋਂ ਹੀ ਬੇਅਦਬੀਆਂ ਹੋਈਆਂ, ਦੂਜੇ ਪਾਸੇ ਸਿੱਧੂ ਸਾਹਿਬ ਇੱਕ ਮੈਂ ਹੋਰ ਗੱਲ ਤੁਹਾਨੂੰ ਕਹਿਣੀ ਚਾਹਾਂਗਾ। ਪਿਛਲੇ 3-4 ਮਹੀਨੇ ਪਹਿਲਾਂ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਅਸੀਂ 1 ਹਫ਼ਤਾ ਪਾਕਿਸਤਾਨ ਜਾ ਕੇ ਆਏ ਜੀ। ਦਾਦੂਵਾਲ ਸਾਹਿਬ ਸਾਡੇ ਕੋਲ ਨਿਊਜ਼ੀਲੈਂਡ ਗਏ ਆ, ਉੱਥੇ ਡਾਕਟਰ ਅਸ਼ਰਫ ਚੌਧਰੀ ਸਾਡੇ ਮੈਂਬਰ ਪਾਰਲੀਮੈਂਟ ਸੀਗੇ, ਉਹਨਾਂ ਦੇ ਸੱਦੇ ਤੇ ਅਸੀਂ 3 ਸਿੰਘ ਅਸੀਂ ਗਏ ਸੀਗੇ, 8 ਦਿਨ ਰਹਿ ਕੇ ਆਏ। ਜਿੰਨਾ ਬੰਦੋਬਸਤ ਪਾਕਿਸਤਾਨ ਦੇ ਗੁਰੂ ਘਰਾਂ ਦੇ ਬਾਹਰ ਸਿਕਿਉਰਿਟੀ ਦਾ ਕੀਤਾ ਹੋਇਆ, ਮੈਂ ਤਾਂ ਮਹਿਸੂਸ ਕਰ ਰਿਹਾ ਕਿ ਇੰਨਾ ਲੰਬਾ ਸਮਾਂ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕੋ ਪਰਿਵਾਰ ਦੇ ਕਬਜ਼ੇ ਥੱਲੇ ਹੈ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਗੁਰੂ ਘਰ ਹੈ ਉਹਨਾਂ ਦੇ ਗੇਟ ਦੇ ਮੂਹਰੇ ਤਾਂ ਘੱਟੋ ਘੱਟ ਕੋਈ ਇਹ ਸਿਕਿਉਰਿਟੀ ਦਾ ਪ੍ਰਬੰਧ ਕਰ ਸਕਦੇ ਸੀ। ਜੇ ਅਸੀਂ ਸਾਡੇ ਗੁਰੂ ਦੀ ਹੀ ਸਿਕਿਉਰਿਟੀ ਨਹੀਂ ਕਰ ਸਕਦੇ
ਲੇਕਿਨ ਆਪਣੇ ਲਈ Z+ ਸਿਕਿਉਰਟੀਆਂ ਮੰਗਣ ਵਾਸਤੇ ਅਸੀਂ ਜਰਾਨੇ ਪਾ ਸਕਦੇ ਹਾਂ, ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਕਿੱਧਰ ਦੇ ਇਹ ਸਿੱਖ ਹੈ ਤੇ ਕਿੱਧਰ ਦੇ ਇਹ ਖੌਤੀ ਸਿੱਖ ਲੀਡਰ ਕੌਣ ਹੈ। ਜੀ ਸੋ ਇਸ ਕਰਕੇ ਜੀ ਸਾਨੂੰ ਬਹੁਤ ਸਿਰ ਜੋੜ ਕੇ ਯਤਨ ਕਰਨਾ ਪਏਗਾ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਹੈ, ਇਹਨਾਂ ਗੈਰ ਸਿੱਖਾਂ ਨੇ, ਜਿਹੜੇ ਸਿੱਖ ਕਹਾਉਣ ਵਾਲਿਆਂ ਨੇ ਸਰਕਾਰਾਂ ਬਣਾਈਆਂ, ਉਹ ਕਿੱਧਰ ਦੇ ਸਿੱਖ ਹੈ ਜੀ? ਉਹਨਾਂ ਨੇ ਤਾਂ ਆਪਣੇ ਕਾਰੋਬਾਰ ਵਧਾਏ ਹੈ, ਔਰਬਿਟ ਬੱਸਾਂ ਬਣਾ ਲਈਆਂ, ਔਰਬਿਟ ਹੋਟਲ ਬਣਾ ਲਏ। ਉਹ ਤਾਂ ਪਰਿਵਾਰਵਾਦੀ ਲੋਕ ਸੀਗੇ। ਕੋਈ ਉਹ ਜੇ ਕਿਹਾ ਜਾਵੇ ਕਿ ਉਹ ਪੰਥਕ ਲੋਕ ਸੀ, ਪੰਥ ਵਾਲੀ ਗੱਲ ਨਹੀਂ ਸੀਗੀ ਜੀ। ਉਹਨਾਂ ਨੇ ਤਾਂ ਕੇਵਲ ਪੰਥ ਦਾ ਨਾਂ ਲੈ ਕੇ ਆਪਣੀਆਂ ਜਾਇਦਾਦਾਂ ਵਧਾਉਣ ਤੱਕ ਸੀਮਤ ਰਹੇ ਆ। ਜੀ ਚੱਪੜ ਜੀ, ਤੁਹਾਡਾ ਵਿਊ ਬਣਾ ਗਿਆ। ਸਿਰ ਜੋੜ ਕੇ ਇਸ ਪਾਸੇ ਤੁਰਨਾ ਪਏਗਾ। ਮਿਹਰਬਾਨੀ। ਜਿਸ ਮਾਮਲੇ ਤੇ ਦੇਖੋ ਸਵਾਲ ਜਿਹੜਾ ਹੈਗਾ ਪੀਰ ਮੁਹੰਮਦ ਜੀ, ਜਿਸ ਵੇਲੇ ਆਪਾਂ ਇਹਨਾਂ ਮੁੱਦਿਆਂ ਤੇ ਚਰਚਾ ਲੈ ਰਹੇ ਹਾਂ, ਸਾਰਿਆਂ ਦੀ ਕਿਤੇ ਅੰਦਰੋਂ ਸਵਾਲ ਲੈਣ ਦੀ ਵੀ ਇਹੀ ਭਾਵਨਾ ਹੈ ਕਿ ਕਿਉਂ ਇਸ ਤਰ੍ਹਾਂ ਜਿਹੜਾ ਹੈਗਾ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ। ਉਹਦੇ ਚੱਲਦਿਆਂ ਕਿਤੇ ਜਿਹੜੇ ਸਮੇਂ ਦੀਆਂ ਸਰਕਾਰਾਂ, ਜਿਹੜੀਆਂ ਪੰਥਕ ਸਰਕਾਰਾਂ ਆਪਣੇ ਆਪ ਨੂੰ ਕਹਾਉਂਦੀਆਂ, ਸਿੱਧੇ ਤੌਰ ਤੇ ਬਾਦਲਾਂ ਦੀ ਜਿਹੜੀ ਪ੍ਰਿਸ਼ਠਭੂਮੀ ਹੈ, ਬਾਦਲਾਂ ਦੀ ਜਿਹੜੀ ਪਰਫਾਰਮੈਂਸ ਹੈ, ਉਹਦੇ ਤੇ ਸਵਾਲ ਵੀ ਉੱਠ ਰਹੇ ਹੈ। ਔਰ SGPC ਦੀ ਜਿਹੜੀ ਕਾਰਗੁਜ਼ਾਰੀ ਹੈ, ਜ਼ਿੰਮੇਵਾਰੀ ਨਿਭਾਉਣ ਦੀ, ਉਹਦੇ ਤੇ ਸਵਾਲ ਵੀ ਉੱਠ ਰਹੇ ਹੈ। ਕੇਵਲ ਇਸ ਗੱਲ ਦੇ ਨਾਲ ਮਾਮਲਾ ਨਿਬੜ ਨਹੀਂ ਜਾਂਦਾ ਕਿ ਵੱਡੀ ਗਲਤੀ ਜਾਂ ਕਤਾਹੀ ਹੋਈ ਹੈ। ਆਖਰ ਸੱਤਾ ਜਰੀਆਂ ਜਿਹੜੀਆਂ ਧਿਰਾਂ ਔਰ ਪੰਥਕ ਧਿਰਾਂ ਬਹੁਤ ਕੁਝ ਵਾਪਰਿਆ, ਉਹਨਾਂ ਬਾਰੇ ਸਵਾਲ ਤਾਂ ਉੱਠਦੇ ਰਹਿਣਗੇ ਜਦ ਤੱਕ ਨਿਆਂ ਨਹੀਂ ਮਿਲੇਗਾ। ਜੀ ਪੀਰ ਮੁਹੰਮਦ ਜੀ। ਦੇਖੋ ਸਿੱਧੂ ਸਾਹਿਬ, ਮੈਂ ਸਾਰਿਆਂ ਦੀ ਗੱਲ ਨਾਲ ਸਹਿਮਤ ਹਾਂ। ਸਾਰੇ ਆਪਣੇ ਪੰਥ ਦਰਦੀ ਨੇ ਔਰ ਸਾਰਿਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਠੀਕ ਹੈ ਮਤਭੇਦ ਸਾਡੇ ਹੋ ਸਕਦੇ ਆ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਦੋਂ ਅਸੀਂ ਨਤਮਸਤਕ ਹੁੰਨੇ ਆ ਨਾ, ਉਦੋਂ ਕੇਵਲ ਤੇ ਕੇਵਲ ਅਸੀਂ ਸਿੱਖ ਹੁੰਨੇ ਆ। ਤੇ ਸਿੱਖੀ ਸਿਧਾਂਤਾਂ ਅਨੁਸਾਰ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਹੁਣ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਇਕਮਤ ਹੋਣਾ ਪਵੇਗਾ, ਜੋ ਬੀਤਿਆ ਹੈ ਉਸ ਦਾ ਤਾਂ ਫੈਸਲਾ ਅਕਾਲ ਪੁਰਖ ਨੇ ਵੀ ਕਰਨਾ ਤੇ ਜਨਤਾ ਨੇ ਵੀ ਕੀਤਾ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ ਹੈ ਕੱਲ, ਹੁਣ ਸਾਨੂੰ ਇਸ ਦੇ ਉੱਤੇ ਇਕਮਤ ਹੋਣਾ ਪਵੇਗਾ। ਮੈਂ ਬੇਨਤੀ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਕਿ ਤੁਸੀਂ ਸਾਰੀਆਂ ਪੰਥਕ ਜਥੇਬੰਦੀਆਂ ਦੀ ਮੀਟਿੰਗ ਬੁਲਾਓ ਔਰ ਉਸ ਮੀਟਿੰਗ ਦੇ ਵਿੱਚ ਇੱਕ ਨੀਤੀ ਨਿਰਧਾਰਤ, ਇੱਕ ਜਿਹੜਾ ਪ੍ਰੋਗਰਾਮ, ਜਿਵੇਂ ਆਪਾਂ ਇੱਕ ਮਰਜ਼ਾਦਾ ਹੈ ਨਾ, ਇਹ ਵੀ ਮਰਜ਼ਾਦਾ ਦਾ ਇੱਕ ਅੰਗ ਹੀ ਬਣਾ ਦਿੱਤਾ ਜਾਵੇ ਕਿ ਜੇ ਕੋਈ ਦੋਸ਼ੀ ਇਸ ਪੱਧਰ ਤੱਕ ਆ ਜਾਂਦਾ ਤਾਂ ਫਿਰ ਉਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਸੰਗਤਾਂ ਵੇਖੋ ਫੜਦੀਆਂ ਨੇ, ਬੰਦਾ ਫੜ ਲੈਂਦੀਆਂ ਨੇ, ਕੁੱਟਮਾਰ ਕਰਦੀਆਂ ਨੇ। ਡਰ ਇਸ ਗੱਲ ਦਾ ਉਹਨਾਂ ਨੂੰ ਹੁੰਦਾ ਕਿ ਕੱਲ ਨੂੰ ਜੇ ਮਰ ਗਿਆ ਸਾਡੇ ਹੱਥੋਂ ਤਾਂ ਫਿਰ ਸਾਡੇ ਉੱਤੇ ਕੇਸ ਪੈ ਗਿਆ ਤੇ ਕੇਸ ਲੜੇਗਾ ਕੌਣ, ਕਿ ਸਾਡਾ ਬੰਦਾ ਜੇਲ੍ਹ ਨਾ ਚਲਾ ਜਾਵੇ, ਜਾਂ ਜਿਹੜਾ ਵੀ ਮੌਕੇ ਤੇ ਹੁੰਦਾ। ਹੁਣ ਜਿਹੜੀ ਕੱਲ ਦੀ ਘਟਨਾ ਵਾਪਰੀ ਹੈ, ਕਿ ਇਹੋ ਜਿਹੇ ਦੋਸ਼ੀ ਦੇ ਹੱਥ ਨਹੀਂ ਵੱਢਣੇ ਚਾਹੀਦੇ, ਕਿ ਇਹੋ ਜਿਹੇ ਦੋਸ਼ੀ ਦੀ ਜ਼ੁਬਾਨ ਨਹੀਂ ਕੱਟਣੀ ਚਾਹੀਦੀ। ਪੀਰ ਮੁਹੰਮਦ ਜਿਹੜੀ ਦੇਖੋ ਤੁਸੀਂ ਗੱਲ ਕਹਿ ਰਹੇ ਹੋ, ਪੀਰ ਮੁਹੰਮਦ ਜੀ ਦੇਖੋ ਆਪਾਂ ਜਿਸ ਸੰਵਿਧਾਨ ਦੇ ਵਿੱਚ ਰਹਿ ਰਹੇ ਹਾਂ, ਉਸ ਸੰਵਿਧਾਨ ਮੁਤਾਬਕ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ ਨਾ। ਮੇਰੀ ਗੱਲ ਸੁਣੋ, ਆਪਾਂ ਪੀਰ ਮੁਹੰਮਦ ਜੀ ਦੇਖੋ, ਪੀਰ ਮੁਹੰਮਦ ਜੀ ਜੋ ਦਾਦੂਵਾਲ ਜੀ ਨੇ ਗੱਲ ਕੀਤੀ ਹੈ, ਕਾਲਕਾ ਜੀ ਨੇ ਗੱਲ ਕੀਤੀ ਹੈ, ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ, ਹੁਣ ਦਾਦੂਵਾਲ ਜੀ ਨੇ ਜੋ ਗੱਲ ਕੀਤੀ ਹੈ, ਕਾਲਕਾ ਜੀ ਨੇ, ਮੈਂ ਸਿੱਧਾ ਸਵਾਲ ਪੀਰ ਮੁਹੰਮਦ ਜੀ ਲੈਣ ਲੱਗਿਆ। ਪੀਰ ਮੁਹੰਮਦ ਜੀ ਦੇਖੋ, ਮੇਰਾ ਸਵਾਲ ਜ਼ਰੂਰ ਸੁਣਿਓ। ਕਿਸੇ ਦੀ ਜ਼ੁਬਾਨ ਬਦਲਣੀ ਜਾਂ ਹੱਥ ਕੱਢਣੇ ਤਾਂ ਜਿਹੜਾ ਹੈਗਾ ਕਾਨੂੰਨ ਮੁਤਾਬਕ ਆਪਣੇ ਸੰਵਿਧਾਨ 'ਚ ਹੈ ਹੀ ਨਹੀਂ, ਪਰ ਜਿਹੜੀਆਂ ਸਰਕਾਰਾਂ ਦੇ ਸਮੇਂ 'ਚ ਬੇਅਦਬੀਆਂ ਹੋਈਆਂ, ਅੱਜ ਵੀ ਉਹ ਪੰਥ ਦੇ ਪ੍ਰਧਾਨ ਤੋਂ, ਉਹਨਾਂ ਬਾਰੇ ਸਵਾਲ ਵੀ ਉੱਠ ਰਹੇ ਆ ਨਾ। ਆਖਰਕਾਰ ਪਹਿਲਾਂ ਆਪਣੇ ਘਰ ਤੋਂ ਕੰਮ ਸ਼ੁਰੂ ਕਰੀਏ ਆਪਾਂ। ਜਿਨ੍ਹਾਂ ਨੇ ਬੇਅਦਬੀਆਂ ਜਿਨ੍ਹਾਂ ਦੇ ਸਮੇਂ 'ਚ ਹੋਈਆਂ, ਉਹਨਾਂ ਬਾਰੇ ਕੀ ਆਪਾਂ ਫੈਸਲਾ ਲਵਾਂਗੇ? ਦੇਖੋ, ਮੈਂ ਇਹ ਗੱਲ ਕਹਿ ਰਿਹਾ ਕਿ ਉਹ ਘਟਨਾਵਾਂ ਵਾਪਰੀਆਂ ਨੇ, ਉਹਨੂੰ ਫੇਸ ਵੀ ਉਹ ਕਰ ਰਹੇ ਨੇ, ਲੇਕਿਨ ਜਿਹੜੀਆਂ ਘਟਨਾਵਾਂ ਹੁਣ ਵਾਪਰੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਵੀ ਕੋਈ ਉਪਰਾਲਾ ਕਰਨਾ ਚਾਹੀਦਾ ਕਿ ਨਹੀਂ? ਚਲੋ ਬਹੁਤ ਵੱਡਾ ਸਵਾਲ ਹੈ। ਹੁਣ ਇਹ ਗੱਲ ਕਹੀਏ ਕਿ ਜੇ ਉਹ ਵਾਪਰ ਗਈਆਂ, ਉਸ ਤੋਂ ਬਾਅਦ ਜਿਹੜੀਆਂ ਵਾਪਰੀਆਂ ਉਹ ਇੰਝ ਹੀ ਵਾਪਰਦੀਆਂ ਰਹਿਣ ਜੀ? ਨਹੀਂ, ਬਿਲਕੁਲ ਨਹੀਂ ਵਾਪਰਨੀਆਂ ਚਾਹੀਦੀਆਂ ਪੀਰ ਮੁਹੰਮਦ ਜੀ। ਵੱਡਾ ਸਵਾਲ ਹੈ। ਆਪਣੇ ਨਾਲ ਮਰਿੰਡਾ ਤੋਂ ਸਾਡੇ ਰਿਪੋਰਟਰ ਜੁੜੇ ਹੋਏ ਆ, ਉੱਥੇ ਕੀ ਸਥਿਤੀ ਹੈ, ਮੈਂ ਤੁਹਾਨੂੰ ਉਹਨਾਂ ਦੀ ਸਥਿਤੀ ਤੋਂ ਵੀ ਜਾਣੂ ਕਰਵਾ ਦੇਣਾ। ਦਲਜੀਤ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ ਬਿਲਕੁਲ ਸਰ, ਤੁਹਾਡੀ ਆਵਾਜ਼ ਆ ਰਹੀ ਹੈ। ਦਲਜੀਤ, ਮੇਰੇ ਨਾਲ ਪੰਥਕ ਹਸਤੀਆਂ ਇਸ ਵੇਲੇ ਜੁੜੀਆਂ ਵੀ ਬਣੀਆਂ ਵੀ ਹੈ। ਸੰਖੇਪ ਦੇ ਵਿੱਚ ਇਸ ਵੇਲੇ ਜੋ ਮਰਿੰਡਾ 'ਚ ਮੰਦਭਾਗੀ ਘਟਨਾ ਵਾਪਰੀ, ਕਿਸ ਤਰ੍ਹਾਂ ਦਾ ਮਾਹੌਲ ਆ ਉੱਥੇ, ਕਿਵੇਂ ਦੇਖ ਰਹੇ ਹੋ ਜਿਹੜੀਆਂ ਪੰਥਕ ਧਿਰਾਂ ਉੱਥੇ ਬੈਠੀਆਂ ਪ੍ਰੋਟੈਸਟ ਕਰ ਰਹੀਆਂ?
ਬਿਲਕੁਲ ਸੁਧੀਰ, ਜਿਹੜਾ ਕਿ ਅੱਜ ਨਾ ਕੱਲ ਦਾ ਹੀ ਜਿਹੜਾ ਦੇਖ ਰਹੇ ਹਾਂ ਕਿ ਪ੍ਰਬੰਧਕ ਨੂੰ ਲੈ ਕੇ ਕਿਤੇ ਨਾ ਕਿਤੇ ਲੜਾਈ ਜ਼ਰੂਰ ਚੱਲ ਰਹੀ ਹੈ। ਪਹਿਲਾਂ ਜਿਹੜਾ ਕਿ ਜੋ ਮੁਲਜ਼ਮ ਸੀਗਾ ਜਿਸ ਵੱਲੋਂ ਬੇਅਦਬੀ ਦੀ ਘਟਨਾ ਕੀਤੀ ਜਾਂਦੀ ਆ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਨੂੰ ਰੋਪੜ ਲੈ ਦਿੱਤਾ ਜਾਂਦਾ। ਉਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ। ਹਰ ਪਾਸੇ ਆਪਸ ਦੇ ਵਿੱਚ ਹੀ ਲੜਾਈ ਚੱਲ ਰਹੀ ਹੈ ਕਿ ਆਪਸ ਦੇ ਵਿੱਚ ਕੋਈ ਆਗੂ ਨਾ ਹੋਣ ਕਰਕੇ ਆਪਸ ਦੇ ਵਿੱਚ ਹੀ ਲੜ ਰਹੇ ਨੇ। ਕੋਈ ਪ੍ਰਬੰਧਕ ਪਿੱਛੇ ਗੱਲ ਕਰ ਰਿਹਾ, ਕੋਈ ਕਹਿ ਰਿਹਾ ਕਿ ਉਸ ਨੂੰ ਜਿਹੜਾ ਕਿ ਸਜ਼ਾ ਸਾਡੇ ਕੋਲ ਆ ਕੇ ਦਿੱਤੀ ਜਾਵੇ ਔਰ ਮੌਕੇ ਤੇ ਹੀ ਕਈ ਕਹਿ ਰਿਹਾ ਕਿ ਸੋਧਾ ਲਗਾ ਦੇਣਾ ਚਾਹੀਦਾ ਸੀ। ਫਿਲਹਾਲ ਦੀ ਘੜੀ ਜਿਹੜਾ ਕਿ ਗੁਰਦੁਆਰਾ ਸਾਹਿਬ ਜਿਹੜਾ ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਬੇਅਦਬੀ ਦੀ ਘਟਨਾ ਹੁੰਦੀ ਆ ਉੱਥੇ ਹੀ ਇਸ ਵਕਤ ਨਵੀਂ ਕਮੇਟੀ ਬਣ ਚੁੱਕੀ ਆ। ਪਹਿਲਾਂ ਕਿਹਾ ਜਾ ਰਿਹਾ ਕਿ ਪਹਿਲਾਂ ਕੋਈ ਵੀ ਇੱਥੇ ਗੁਰਦੁਆਰੇ ਦੀ ਕੋਈ ਕਮੇਟੀ ਨਹੀਂ ਸੀ। ਇਹਦੀ ਜਿਹੜੀ ਕਿ ਸੇਵਾ ਸੰਭਾਲ ਗੁਰਦੁਆਰਾ ਕਾਰ ਸੇਵਾ ਵਾਲਿਆਂ ਨੂੰ ਜਿਹੜੀ ਕਿ ਦਿੱਤੀ ਹੋਈ ਸੀਗੀ ਅਤੇ ਅੱਜ ਇੱਕ ਨਵੀਂ ਕਮੇਟੀ ਬਣ ਚੁੱਕੀ ਆ। ਪਰ ਕਿਤੇ ਨਾ ਕਿਤੇ ਜੋ ਸੰਗਤਾਂ ਜਿਹੜੀ ਧਰਨੇ ਤੇ ਬੈਠੀਆਂ ਹੋਈਆਂ ਸੀ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪਹਿਲਾਂ ਜਿਹੜਾ ਕੰਮ ਕਮੇਟੀ ਬਣਾਉਣ ਦਾ ਕੰਮ ਸੀ, ਜਿਹੜਾ ਅਖੀਰ ਤੇ ਕਰਨ ਵਾਲਾ ਸੀ, ਉਹ ਜਿਹੜਾ ਕਿ ਪਹਿਲਾ ਕੰਮ ਕਰ ਰਹੇ ਨੇ ਅਤੇ ਜਿਹੜਾ ਮੁਲਜ਼ਮ ਉਸ ਨੂੰ ਹਜੇ ਤੱਕ ਇਹਨਾਂ ਵੱਲੋਂ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ। ਹਜੇ ਤੱਕ ਜਿਹੜਾ ਕਿ ਪੇਸ਼ ਤੱਕ ਨਹੀਂ ਕੀਤਾ ਜਾ ਰਿਹਾ। ਉਹਨਾਂ ਵੱਲੋਂ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜਿਹੜਾ ਕਿ ਹਵਾਲੇ ਕੀਤਾ ਜਾਵੇ, ਸਾਡੇ ਹਵਾਲੇ ਕੀਤਾ ਜਾਵੇ ਜਾਂ ਉਸ ਨੂੰ ਕੋਈ ਸਜ਼ਾ ਦਿੱਤੀ ਜਾਵੇ, ਜਿਵੇਂ ਕਿ ਇੱਕ ਮਿਸਾਲ ਪੈਦਾ ਕੀਤੀ ਜਾਵੇ। ਦਲਜੀਤ, ਮੈਂ ਮਹਿਮਾਨਾਂ ਤੋਂ ਬਾਕੀ ਦਿਨ ਤੋਂ ਵੀ ਸਵਾਲ ਲੈਣਾ। ਇੱਕ ਸਵਾਲ ਸੰਖੇਪ ਦੇ ਵਿੱਚ, ਜਿਹੜਾ ਉੱਥੇ ਪੰਥਕ ਇਕੱਠ ਜਾਂ ਪੰਥਕ ਤਰ੍ਹਾਂ ਬੈਠੀਆਂ, ਤੁਹਾਨੂੰ ਲੱਗਦਾ ਉਹਨਾਂ ਦੀ ਆਪਸ ਵਿੱਚ ਵੀ ਕੋਈ ਸਹਿਮਤੀ ਨਹੀਂ? ਆਪਸ ਵਿੱਚ ਹੀ ਉਹ ਵੱਖਰੇ ਵੱਖਰੇ ਵਿਚਾਰ ਜਾਂ ਵੱਖਰੀਆਂ ਰਾਵਾਂ ਹੈਗੀਆਂ ਉਹਨਾਂ ਦੀਆਂ? ਬਿਲਕੁਲ ਸਰ, ਜਿਹੜਾ ਕਿ ਉਹਨਾਂ ਦੀ ਵੱਖ-ਵੱਖ ਰਾਏ ਆਪਣੀ ਆਪਣੀ ਰਾਏ ਦੇ ਮੁਤਾਬਕ ਉਹ ਚੱਲ ਰਹੇ ਨੇ। ਆਪਸ ਦੇ ਵਿੱਚ ਹੀ ਕਿਤੇ ਨਾ ਕਿਤੇ ਝਗੜਨਾ ਉਹਨਾਂ ਦਾ ਚੱਲ ਰਿਹਾ। ਕਿਤੇ ਨਾ ਕਿਤੇ ਆਪਸ ਦੇ ਵਿੱਚ ਕਿਸੇ ਦੀ ਰਾਏ ਨਹੀਂ ਮਿਲ ਰਹੀ। ਕੋਈ ਕਹਿ ਰਿਹਾ ਕਿ ਉਸ ਨੂੰ ਇਸ ਮੁਤਾਬਕ ਸਜ਼ਾ ਦੇਣੀ ਚਾਹੀਦੀ ਸੀ, ਕੋਈ ਕਹਿ ਰਿਹਾ ਕਿ ਉਸ ਦੇ ਪਰਿਵਾਰ ਨੂੰ ਵੀ ਸਜ਼ਾ ਦੇਣੀ ਚਾਹੀਦੀ, ਕੋਈ ਕਹਿ ਰਿਹਾ ਕਿ FIR ਉਹ ਪ੍ਰਬੰਧਕਾਂ ਤੇ ਵੀ ਦੇਣੀ ਚਾਹੀਦੀ ਹੈ ਜਿਹੜੇ ਕਿ ਇਸ ਦਾ ਪ੍ਰਬੰਧ ਸਾਹਮਣੇ ਸੀ। ਉਹਨਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਕਿ ਜਦੋਂ ਬੇਅਦਬੀ ਕਰਕੇ ਗਿਆ ਤੇ ਸ਼ਰੇਆਮ ਜਿਹੜੇ ਕਿ ਬੇਅਦਬੀ ਇੱਥੋਂ ਕਰਕੇ ਨਿਕਲ ਜਾਂਦਾ। ਅਲੱਗ-ਅਲੱਗ ਆਪਣੀ ਰਾਇਆਂ ਦੇ ਜਿਹੜੇ ਕਿ ਹਿਸਾਬ ਨਾਲ ਲੋਕ ਦੇ ਰਹੇ ਨੇ। ਧੰਨਵਾਦ ਦਲਜੀਤ, ਥੈਂਕ ਯੂ ਵੈਰੀ ਮਚ। ਤੁਸੀਂ ਸਾਨੂੰ ਮੋਰਿੰਡਾ ਬਾਰੇ ਜਾਣਕਾਰੀ ਦਿੱਤੀ, ਕੁਝ ਵਾਪਰ ਰਿਹਾ ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ ਆਪਣਾ ਮਹਿਮਾਨਾਂ ਦੇ ਨਾਲ, ਜਿਨ੍ਹਾਂ ਮਾਮਲਿਆਂ ਨੂੰ ਲੈ ਕੇ। ਪੀਰ ਮੁਹੰਮਦ ਜੀ, ਜਿਸ ਦੀ ਘਟਨਾ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਉਸ ਮੁੱਦੇ ਦੇ ਉੱਤੇ ਜੋ ਆਪਾਂ ਮੋਰਿੰਡਾ ਤੋਂ ਜਾਣਕਾਰੀ ਲਈ ਹੈ, ਦੇਖੋ ਵੱਡੀ ਗੱਲ ਇਹ ਵੀ ਹੈ ਕਿ ਪੰਥਕ ਤਰ੍ਹਾਂ ਇਹਨਾਂ ਮੁੱਦਿਆਂ ਤੇ ਇਕੱਠੀਆਂ ਨਹੀਂ ਹੋ ਪਾ ਰਹੀਆਂ, ਆਪਣੀ ਬੋਲੀ। ਪੀਰ ਮੁਹੰਮਦ ਜੀ, ਕਿਧਰੇ ਇਹ ਵੀ ਹੈ ਕਿ ਜਿੱਦਾਂ ਤੁਸੀਂ ਆਪ ਵੀ ਜ਼ਿਕਰ ਕਰ ਰਹੇ ਹੋ ਕਿ ਪੰਥਕ ਤਰ੍ਹਾਂ ਨੂੰ ਵੀ ਸਿਰ ਜੋੜ ਕੇ ਇਹਨਾਂ ਮਾਮਲਿਆਂ ਤੇ ਕੋਈ ਫੈਸਲੇ ਲੈਣ ਦੀ ਲੋੜ ਹੈ। ਜੇ ਆਪਾਂ ਆਪਣੀਆਂ ਤਰ੍ਹਾਂ ਆਪਣੀਆਂ ਜਥੇਬੰਦੀਆਂ ਤੇ ਇਸ ਤਰ੍ਹਾਂ ਚੱਲਦੇ ਰਹਾਂਗੇ, ਹੁਣ ਮੋਰਿੰਡਾ ਐਡੀ ਵੱਡੀ ਮੰਦਭਾਗੀ ਘਟਨਾ ਹੈ, ਸਾਡਾ ਰਿਪੋਰਟਰ ਕਹਿ ਰਿਹਾ ਕਿ ਉੱਥੇ ਸਹਿਮਤੀ ਨਹੀਂ ਹੋ ਰਹੀ, ਉੱਥੇ ਸਹਿਮਤੀ ਨਹੀਂ ਬਣ ਰਹੀ ਆਪਸ ਵਿੱਚ। ਸਿੱਧੂ ਸਾਹਿਬ, ਮੈਂ ਉਹੀ ਤਾਂ ਗੱਲ ਕਰ ਰਿਹਾ ਕਿ ਦੋ ਪੰਥਕ ਧਿਰਾਂ ਤਾਂ ਆਪਣੇ ਕੋਲ ਬੈਠੀਆਂ ਨੇ, ਤੀਸਰੇ ਜਿਹੜੀ ਲਹਿਰ ਦੇ ਹੈਗੇ ਉੱਥੇ ਆਪਣੇ ਚਲੋ ਨਹੀਂ ਆ ਸਕੇ। ਮੈਂ ਇਹ ਗੱਲ ਕਹਿਣਾ ਕਿ ਜਿਹੜੀਆਂ ਪੰਥਕ ਧਿਰਾਂ ਨੇ ਉਹ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਇਕੱਠੀਆਂ ਹੋਣ ਔਰ ਜਥੇਦਾਰ ਸਾਹਿਬ ਇਹਨਾਂ ਦਾ ਸੰਮੇਲਨ ਬੁਲਾਉਣ ਔਰ ਉਹਦੇ ਵਿੱਚ ਸਿਰ ਜੋੜ ਕੇ ਇੱਕ ਮਰਜ਼ਾਦਾ ਦੇ ਨਾਲ ਇੱਕ ਸਖਤ ਨੀਤੀ ਵੀ ਤੈਅ ਕੀਤੀ ਜਾਵੇ ਤਾਂ ਕਿ ਜਿਹੜਾ ਕੋਈ ਦੋਸ਼ੀ ਹੈ ਇੱਧਰ ਨੂੰ ਮੂੰਹ ਕਰੇ। ਹੁਣ ਤੁਸੀਂ ਦੇਖੋ, ਜਦੋਂ ਸੰਗਤ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੰਦੀ ਹੈ ਤੇ ਪੁਲਿਸ ਕਹਿੰਦੀ ਹੈ ਕਿ ਮੰਦਬੁੱਧੀ ਸੀ, ਇਹ ਤਾਂ ਮੂਰਖ ਸੀ, ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ। ਕਦੀ ਉਹਨੇ ਆਪਣੇ ਘਰ ਨੂੰ ਅੱਗ ਲਾਈ ਜਾਂ ਉਹਨੇ ਆਪਣੇ ਕਿਸੇ ਮਾਤਾ ਪਿਤਾ ਨੂੰ ਜਾਂ ਭੈਣ ਭਰਾ ਨੂੰ ਵੱਢਿਆ, ਉਹ ਕੇਵਲ ਤੇ ਕੇਵਲ ਗੁਰੂ ਸਾਹਿਬ ਨੂੰ ਕਿਉਂ ਨਿਸ਼ਾਨਾ ਬਣਾਉਂਦੇ ਨੇ? ਇਸ ਕਰਕੇ ਪੰਥਕ ਧਿਰਾਂ ਨੂੰ ਇਸ ਮਸਲੇ ਤੇ ਇਕਜੁੱਟ ਹੋਣਾ ਪਵੇਗਾ। ਥੈਂਕ ਯੂ, ਤੁਹਾਡਾ ਸਵਾਲ ਵੱਡਾ ਹੈਗਾ। ਮੈਂ ਬਾਕੀ ਮਹਿਮਾਨਾਂ ਦੀ ਵੀ ਆਪਾਂ ਰਾਏ ਲੈ ਲਈਏ, ਫਿਰ ਆਵਾਂਗੇ ਇਸੇ ਮੁੱਦੇ ਤੇ। ਦਾਦੂਵਾਲ ਸਾਹਿਬ, ਪੀਰ ਮੁਹੰਮਦ ਜੀ ਦਾ ਕਹਿਣਾ ਕਿ ਇਸ ਮਾਮਲੇ ਤੇ ਅਕਾਲ ਤਖ਼ਤ ਦੀ ਅਗਵਾਈ ਦੇ ਹੇਠ ਸਿਰ ਜੋੜ ਕੇ ਬੈਠ ਕੇ ਕੋਈ ਇਹਨਾਂ ਮੁੱਦਿਆਂ ਤੇ ਇਕਤਾ ਕਰਨੀ ਚਾਹੀਦੀ ਹੈ ਔਰ ਤੈਅ ਕਰਨਾ ਚਾਹੀਦਾ ਕੋਈ ਇੱਦਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਕੀ ਫੈਸਲੇ ਲਏ ਜਾਣੇ ਚਾਹੀਦੇ ਆ। ਜਦੋਂ ਆਪਾਂ ਚਾਹੇ ਮੋਰਿੰਡਾ ਦੀ ਗੱਲ ਕਰਦੇ ਹਾਂ ਤਾਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਪਿਛਲੀਆਂ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਵੀ ਨਾਲ ਜੋੜ ਕੇ ਦੇਖਿਆ ਜਾਏਗਾ ਕਿ ਜਾਂ ਭਵਿੱਖ ਵਾਲੀਆਂ ਨੂੰ ਦੇਖਿਆ ਜਾਏਗਾ, ਕਿਉਂਕਿ ਮਾਮਲਾ ਬਹੁਤ ਵੱਡਾ ਹੈ, ਇੰਨਾ ਸੌਖਾ ਇਸ ਮਾਮਲੇ ਤੇ ਨਿਬੇੜਾ ਨਹੀਂ ਹੋ ਸਕਦਾ। ਦਾਦੂਵਾਲ ਸਾਹਿਬ, ਕਰਨੈਲ ਸਿੰਘ ਨੇ ਜਿਹੜੀ ਗੱਲ ਕਹੀ ਆ, ਮੈਂ ਐਗਰੀ ਆ ਦੇ ਨਾਲ। ਉਹ ਕਹਿੰਦੇ ਆ ਕਿ ਅਸੀਂ ਮੰਨਦੇ ਆ ਕਿ ਸਾਡੇ ਸਮੇਂ 'ਚ ਗਲਤੀਆਂ ਹੋਈਆਂ, ਪਰ ਗਲਤੀ ਨੂੰ ਗਲਤੀ ਮੰਨ ਲੈਣ ਦੇ ਨਾਲ ਹੀ ਕੰਮ ਖਤਮ ਨਹੀਂ ਨਾ ਹੁੰਦਾ। ਹੁਣ ਜਿਵੇਂ ਸਰਦਾਰ ਜੋਗਾ ਸਿੰਘ ਹੁਣਾਂ ਨੇ 1986 ਵਾਲੀ ਘਟਨਾ ਦਾ ਦੱਸਿਆ ਕਿ ਉਸ ਵੇਲੇ ਦਰਬਾਰਾ ਸਿੰਘ ਗੁਰੂ, ਸਿਵਲ ਪ੍ਰਸ਼ਾਸਨ ਸੀ, ਇਜ਼ਰਾ ਆਲਮ ਪੁਲਿਸ ਪ੍ਰਸ਼ਾਸਨ,
ਦੋਨਾਂ ਨੂੰ ਅਕਾਲੀ ਦਲ ਦੇ ਅਹੁਦੇਦਾਰ ਬਣਾਤਾ, ਚੋਣਾਂ ਲੜਾਈਆਂ, ਪਾਰਲੀਮੈਂਟਰੀ ਸਕੱਤਰ ਉਹਦੀ ਵਾਈਫ ਨੂੰ ਬਣਾਇਆ ਜ਼ਰਾ ਆਲਮਦੀ ਨੂੰ, ਦਰਬਾਰਾ ਸਿੰਘ ਗੁਰੂ ਨੂੰ ਵੀਸੀ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਦਾ। ਤਾਂ ਇਹ ਜਿਹੜੀਆਂ ਗਲਤੀਆਂ ਨੇ ਬੱਜਰ ਗਲਤੀਆਂ ਨੇ, ਛੋਟੀਆਂ ਗਲਤੀਆਂ ਨਹੀਂ ਆ, ਪਰ ਗਲਤੀ ਨੂੰ ਗਲਤੀ ਮੰਨ ਲੈਣ ਨਾਲ ਗੱਲ ਖਤਮ ਨਹੀਂ ਹੁੰਦੀ। ਇਹਨਾਂ ਗਲਤੀਆਂ ਦਾ ਪਛਤਾਤਾਪ ਕੀ ਕੀਤਾ, ਇੱਕ ਸਰਪ੍ਰਸਤੀ ਅਕਾਲੀ ਦਲ ਦੀ ਉਹ ਛੱਡਣ, ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਕਿ ਅਸੀਂ ਫੇਲ ਹੋਏ ਆ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਨਮਾਨ ਦੇ ਮਸਲੇ ਤੇ, ਤਾਂ ਫਿਰ ਅਗਾਂਹ ਗੱਲ ਤੁਰ ਸਕਦੀ। ਜਥੇਦਾਰ ਅਕਾਲ ਤਖਤ ਸਾਹਿਬ ਵੀ ਆਪਣੀ ਨਿਰਪੱਖਤਾ ਬਣਾਉਣ, ਉਹ ਦੂਜੀਆਂ ਧਿਰਾਂ ਨੂੰ ਤਾਂ ਝੱਟ ਜਿਹੜਾ ਸਵਾਲਾਂ ਦੇ ਘੇਰੇ 'ਚ ਖੜਾ ਕਰ ਲੈਂਦੇ, ਬਾਦਲ ਪਰਿਵਾਰ ਨੂੰ ਕਿਉਂ ਨਹੀਂ ਕਰਦੇ, ਜਿਨ੍ਹਾਂ ਦੇ ਰਾਜ ਭਾਗ 'ਚ ਸਾਰਾ ਕੁਝ ਹੋਇਆ, ਜਿਨ੍ਹਾਂ ਨੇ ਸਾਰਾ ਕੁਝ ਜਿਹੜਾ ਹੈਗਾ ਕੀਤਾ। ਸਾਨੂੰ ਇਹੀ ਦੁੱਖ ਆ ਕਿ ਜਦੋਂ ਸਾਡੀਆਂ ਸਰਕਾਰਾਂ ਸੀ, ਜਦੋਂ ਪੰਥ ਦੀ ਸਰਕਾਰ ਸੀ, ਉਸ ਵੇਲੇ ਕਿਉਂ ਨਹੀਂ ਇਹਨਾਂ ਚੀਜ਼ਾਂ ਦਾ ਇਨਸਾਫ, ਉਦੋਂ ਕਿਉਂ ਨਹੀਂ ਸਖਤ ਕਾਨੂੰਨ ਬਣੇ, ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਮਾਨ ਸਨਮਾਨ ਹੋਇਆ। ਸਾਡਾ ਦੁੱਖ ਇਹੀ ਹੈ, ਜਿਵੇਂ ਮੈਂ ਪਹਿਲਾਂ ਕਿਹਾ, ਜਿਵੇਂ ਉਹ ਹਿੰਦੀ ਦੀ ਕਹਾਵਤ ਹੈ ਨਾ, ਉਹ ਕਹਿੰਦੇ ਹਮਾਰੀ ਕਸ਼ਤੀ ਤੋਂ ਵਹਾਂ ਡੂਬੀ ਜਹਾਂ ਪਾਣੀ ਕਮ ਥਾ, ਹਮੇ ਤੋਂ ਆਪਣੀ ਕੁੱਤੀ ਨੇ ਕਾਟਾ, ਗੈਰੋਂ ਕੀ ਕੁੱਤੀ ਮੈਂ ਕਹਾਂ ਦਮ ਥਾ। ਸਾਨੂੰ ਤਾਂ ਦੁੱਖ ਇਸ ਗੱਲ ਦਾ ਵਾ ਕਿ ਸਾਡੇ ਆਪਣਿਆਂ ਦੇ ਰਾਜ ਭਾਗ ਦੇ ਵਿੱਚ, ਜਿਨ੍ਹਾਂ ਨੂੰ ਆਪਣੇ ਪੰਥ ਦੀ ਸਰਕਾਰ ਕਹਿੰਦੇ ਸੀ, ਬੇਅੰਤ ਸਿੰਘ ਦੇ ਕਤਲकांड ਤੋਂ ਬਾਅਦ ਸਾਰਾ ਜ਼ੋਰ ਲਾ ਕੇ ਪੰਥ ਨੇ 95 ਤੋਂ ਬਾਅਦ ਜਿਹੜੀ ਸਰਕਾਰ ਬਣਾਈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ, ਕਹਿੰਦੇ ਪੰਥ ਦੀ ਸਰਕਾਰ ਬਣੀ, ਤੇ ਉਹਦੇ ਵਿੱਚ ਜਿਹੜੇ ਹਾਲਾਤ ਹੋਏ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ, ਸਿੱਖਾਂ ਦੇ ਜਿਹੜੇ ਕੱਲਾ ਬਰਗਾੜੀ ਬਾਈਬਲ ਜਾਂ ਕੋਟਕਪੂਰਾ ਕਾਂਡ ਹੀ ਥੋੜੀ ਹੈ, ਚੌੜ ਸਿੱਧਵਾਂ ਕਾਂਡ ਲੈ ਲਓ, ਲੋਹਾਰਾ ਕਾਂਡ ਲੈ ਲਓ, ਸੌਦਾ ਸਾਹਿਬ ਦਾ ਸਨਾਮ ਕਾਂਡ ਲੈ ਲਓ, ਕਿੰਨੇ ਸਿੰਘ ਸ਼ਹੀਦ ਕੀਤੇ, ਵਾਹਿਗੁਰੂ ਦਾ ਜਾਪ ਕਰਦੇ, ਇਨਸਾਫ ਮੰਗਦੇ ਗੁਰੂ ਗ੍ਰੰਥ ਸਾਹਿਬ ਦਾ। ਆਹੀ ਘਟਨਾ ਜੇ ਕਿਤੇ ਜਿੱਦਾਂ ਅਜਨਾਲਾ ਘਟਨਾ ਹੋਈ ਅੰਮ੍ਰਿਤਪਾਲ ਸਿੰਘ ਦੇ ਵੇਲੇ, ਜਾਂ ਜੇ ਕਿਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਤੇ ਡੀਜੀਪੀ ਸਮੇਤ ਸੈਣੀ ਹੁੰਦਾ, ਤਾਂ ਤੁਸੀਂ ਸੋਚ ਸਕਦੇ ਆ ਵੀ ਇਸ ਤਰੀਕੇ ਨਾਲ ਸਿੱਖ ਉੱਥੋਂ ਚਲੇ ਜਾਂਦੇ। ਘੱਟੋ ਘੱਟ 10-20 ਲਾਸ਼ਾਂ ਜਨਾਲੇ ਵਸਾ ਦੇਣੀਆਂ ਸੀ ਇਹਨਾਂ ਨੇ, ਜਿਨ੍ਹਾਂ ਦਾ ਰਾਜ ਭਾਗ ਹੁੰਦਾ। ਤਾਂ ਸਾਨੂੰ ਦੁੱਖ ਇਸੇ ਗੱਲ ਦਾ ਵੀ ਇੱਕ ਤਾਂ ਸਾਡਾ ਗੁਰੂ ਚੋਰੀ ਕਰ ਲਿਆ, ਫਿਰ ਉਹਦੇ ਪੱਤਰੇ ਪਾੜ ਕੇ ਗਲੀਆਂ 'ਚ ਖਿਲਾਰ ਦਿੱਤੇ, ਫਿਰ ਧਮਕੀ ਭਰੇ ਪੱਤਰ ਲਾਤੇ ਸੌਦਾ ਸਾਹਿਬ ਦੇ ਚੇਲਿਆਂ ਨੇ, ਤੇ ਜੇ ਅਸੀਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ, ਕੋਟਕਪੂਰੇ ਬੈਠੇ, ਬਾਈਬਲ ਬੈਠੇ, ਤੇ ਸਾਨੂੰ ਗੋਲੀਆਂ ਮਾਰੀਆਂ, ਡਾਂਗਾ ਮਾਰੀਆਂ, ਸਾਡੇ ਤੇ ਗੰਦੇ ਪਾਣੀ ਦੀਆਂ ਵਿਛਾੜਾਂ, ਤੇ ਸਰਕਾਰ ਕਹਿੰਦੇ ਪੰਥ ਦੀ। ਸਾਨੂੰ ਦੁੱਖ ਇਸੇ ਗੱਲ ਦਾ ਵਾ। ਦੂਜਿਆਂ ਨਾਲ ਵੀ ਗੱਲ ਕਰਾਂਗੇ, ਪਹਿਲਾਂ ਸਾਨੂੰ ਇਹ ਆ ਵੀ ਉਹਦਾ ਪਛਤਾਤਾਪ ਤਾਂ ਕਰਨ, ਸਾਰਾ ਕੁਝ ਛੱਡ ਕੇ ਘਰੇ ਬੈਠ ਜਾਣ, ਫਿਰ ਜਥੇਦਾਰ ਅਕਾਲ ਤਖਤ ਦੀ ਆਪਾਂ ਜਵਾਬ ਲੈਣੇ। ਦਾਦੂਵਾਲ ਸਾਹਿਬ ਵੱਡਾ ਸਵਾਲ ਹੈ ਤੁਹਾਡਾ, ਵੱਡਾ ਸਵਾਲ ਹੈ। ਪੀਰ ਮਾਮਾ ਜੀ ਦੇਖੋ, ਜਦੋਂ ਆਪਾਂ ਪੰਥਕ ਮੁੱਦਿਆਂ ਦੀ ਸਿਰ ਜੋੜ ਕੇ ਬੈਠਣ ਦੀ ਗੱਲ ਕਰਦੇ ਹਾਂ, ਦਾਦੂਵਾਲ ਸਾਹਿਬ ਵੀ ਪੰਥਕ ਹਸਤੀ ਆ, ਉਹ ਕਹਿੰਦੇ ਫਿਰ ਪਛਤਾਤਾਪ ਦਾ ਕੋਈ ਢੰਗ ਤਰੀਕਾ ਹੁੰਦਾ ਨਾ, ਸਿਰ ਜੋੜ ਕੇ ਬੈਠਿਆ ਜਾ ਸਕਦਾ, ਪਰ ਜਿਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋ ਰਹੀ ਹੈ ਉਹ ਘਰ ਬੈਠਣ ਦਾ ਘੱਟੋ ਘੱਟ ਪਾਸੇ ਹਟਣ, ਤਾਂ ਹੀ ਗੱਲ ਅੱਗੇ ਤੁਰੇਗੀ। ਮੈਂ ਦੇਖੋ ਇਹੋ ਹੀ ਮੈਂ ਗੱਲ ਕਹਿਣਾ ਕਿ ਜੇ ਬੀਤੇ ਦੇ ਵਿੱਚ ਘਟਨਾਕ੍ਰਮ ਵਾਪਰਿਆ ਹੈ, ਉਸ ਦੇ ਨਾਲ ਨਾਲ ਸਾਨੂੰ ਭਵਿੱਖ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਹਨੂੰ ਰੋਕਣਾ ਕਿਵੇਂ ਆ। ਠੀਕ ਹੈ, ਇੱਕ ਗਲਤੀ ਨੂੰ ਲੈ ਕੇ ਆਪਾਂ ਇੱਕ ਠੀਕ ਹੈ ਕੁਐਸਚਨ ਮਾਰਕ ਕਰ ਰਹੇ ਹਾਂ, ਲੇਕਿਨ ਗਲਤੀ ਛੋਟੀ ਨਹੀਂ ਪੀਰ ਮਾਮਾ ਜੀ, ਗਲਤੀ ਛੋਟੀ ਨਹੀਂ, ਗਲਤੀ ਨਹੀਂ, ਉਹ ਤਬਾਹੀ ਹੈ, ਗਲਤੀ ਨਹੀਂ ਹੈ ਉਹ। ਮੈਂ ਉਹੀ ਗੱਲ ਕਹਿ ਰਿਹਾ ਜੀ, ਜਿਹੜਾ ਉਸ ਤੋਂ ਬਾਅਦ ਉਸ ਨੂੰ ਢਾਲ ਬਣਾ ਕੇ ਜਿਹੜਾ ਅੱਜ ਤੱਕ ਕੀਤਾ ਜਾ ਰਿਹਾ, ਤੇ ਆਪਣਾ ਫੇਲੀਅਰ ਲੁਕਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਚੰਨੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਅੱਜ ਕੁਝ ਕਰ ਰਹੀ ਏ। ਇਹਨਾਂ ਨੇ ਦੇਖੋ ਕਿੰਨੇ ਵਾਅਦੇ ਕੀਤੇ ਸੀ। ਅਸੀਂ ਤਾਂ ਕਹਿੰਦੇ ਆ ਕਿ ਕਾਨੂੰਨ ਨੇ ਜਿਹੜਾ ਢੰਗ ਤਰੀਕਾ ਅਪਣਾਉਣਾ ਸੀ, ਇਹਨਾਂ ਨੇ ਜਾਂਚ ਵੀ ਕਰਾਈ, ਇਹਨਾਂ ਨੇ ਸਾਰਾ ਕੁਝ ਕੀਤਾ। ਉਸ ਦੇ ਵਿੱਚ ਜੋ ਇਹਨਾਂ ਨੇ ਆਪਣਾ ਮਾਪਦੰਡ ਤੈਅ ਕਰਨਾ ਕਰਨ, ਲੇਕਿਨ ਇਹਨਾਂ ਦਾ ਜਿਹੜਾ ਫੇਲੀਅਰ ਅੱਜ ਸਾਬਤ ਹੋ ਰਿਹਾ ਹੈ ਕਿ ਉਹ ਉਹਦੇ 'ਚ ਸੱਚੇ ਹੋ ਸਕਦੇ ਨੇ। ਉਹਦੇ ਲਈ ਦਾਦੂਵਾਲ ਸਾਹਿਬ ਨੂੰ ਵੀ ਚਾਹੀਦਾ ਕਿ ਇਹਨਾਂ ਲੋਕਾਂ ਪ੍ਰਤੀ ਵੀ ਜਿੰਨਾ ਇਹ ਗੁੱਸਾ ਉਧਰ ਦਿਖਾਉਂਦੇ ਇੱਧਰ ਵੀ ਦਿਖਾਉਣ। ਦਾਦੂਵਾਲ ਸਾਹਿਬ ਨੇ ਕਹੀ ਹੈ ਗੱਲ, ਪੀਰ ਮਾਮਾ ਜੀ ਦਾਦੂਵਾਲ ਸਾਹਿਬ ਨਹੀਂ, ਤੁਸੀਂ ਗੱਲ ਕਰ ਰਹੇ ਹੋ, ਮੈਂ ਬੀਂਗ ਜਿਹੜਾ ਹੈਗਾ ਜਰਨਲਿਸਟ ਤੁਹਾਡੇ ਤੋਂ ਸਵਾਲ, ਦਾਦੂਵਾਲ ਸਾਹਿਬ ਨੇ ਗੱਲ ਕਹੀ ਹੈਗੀ ਹੈ, ਉਹ ਕਹਿੰਦੇ ਕਿ ਜੇ ਭਗਵੰਤ ਮਾਨ ਦੇ ਸਮੇਂ 'ਚ ਵੀ ਇਨਸਾਫ ਜਾਂ ਨਿਆਂ ਨਹੀਂ ਮਿਲੇਗਾ, ਜੋ ਕੁਝ ਅਮਰਿੰਦਰ ਨਾਲ ਹੋਇਆ, ਜੋ ਪ੍ਰਕਾਸ਼ ਸਿੰਘ ਬਾਦਲ ਨਾਲ ਹੋਇਆ, ਜੋ ਚੰਨੀ ਨਾਲ ਹੋਇਆ, ਉਹਨਾਂ ਕੋਲ ਵੀ ਅਸਤੀਫਾ ਮੰਗਣ। ਮੇਰੀ ਗੱਲ ਸੁਣੋ, ਭਗਵੰਤ ਮਾਨ ਕੋ ਮੰਗਿਆ ਇਹਨਾਂ ਨੇ ਅਸਤੀਫਾ ਜੀ, ਉਹਨਾਂ ਕੋਲ ਜੋ ਜਵਾਬ ਲੈ ਲੈਣੇ, ਆਪਾਂ ਜਵਾਬ ਲੈ ਲੈਣੇ। ਦਾਦੂਵਾਲ ਸਾਹਿਬ ਦੇਖੋ, ਮੈਂ ਤਾਂ ਪਹਿਲਾਂ ਕਹਿ ਹਟਿਆ ਕਿ ਜਿਨ੍ਹਾਂ ਦਾ ਰਾਜ ਭਾਗ ਸੀ, ਜਿਨ੍ਹਾਂ ਨੇ ਨਹੀਂ ਇਨਸਾਫ ਕੀਤਾ, ਉਹਨਾਂ ਦਾ ਜਿਹੜਾ ਹਸ਼ਰ ਹੋਇਆ ਉਹ ਤੁਹਾਡੇ ਸਾਹਮਣੇ ਆ। ਜੇਕਰ ਇਹ ਨਹੀਂ ਕਰਨਗੇ ਤੇ ਇਹਨਾਂ ਦਾ ਹਸ਼ਰ ਵੀ ਉਹੀ ਕੁਛ ਹੋਣਾ, ਜੇਕਰ ਇਨਸਾਫ ਨਹੀਂ ਹੋਊਗਾ ਤਾਂ।
ਜੇ ਇਨਸਾਫ ਨਾ ਇਨਸਾਫ ਕੀਤਾ ਤੇ ਉਹੀ ਅਸਰ ਹੋਣਾ। ਅਸੀਂ ਤਾਂ ਕਹਿੰਦੇ ਆ ਕਿ ਬੇਗੁਨਾਹ ਸ਼ਰਮਨਾਕ ਘਟਨਾ ਕਿਸੇ ਵੀ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਗੁਨਾਹਗਾਰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਚਾਹੇ ਕੋਈ ਹੋਵੇ। ਦਾਦੂਵਾਲ ਸਾਹਿਬ ਕੀ ਇਹਨਾਂ ਦੇ ਉੱਤੇ ਐਨਐਸਏ ਨਹੀਂ ਲੱਗਣੀ ਚਾਹੀਦੀ? ਜਿਹੜੇ ਆ ਦੋਸ਼ੀ ਜਿੰਨੇ ਨੇ, ਜਿਨ੍ਹਾਂ ਨੇ ਆ ਹੁਣ ਘਟਨਾਕ੍ਰਮ ਨੂੰ ਕੱਲ ਅੰਜਾਮ ਦਿੱਤਾ, ਇਹਨਾਂ ਉੱਤੇ ਵੀ ਐਨਐਸਏ ਦੀ ਮੰਗ ਕਰਨੀ ਚਾਹੀਦੀ ਆਪਾਂ ਨੂੰ। ਇਹਨਾਂ ਨੂੰ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀਰ ਮੁਹੰਮਦ ਜੀ, ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਜਿਹੜੀ ਐਨਐਸਏ ਸਾਡੇ ਬੇਕਸੂਰਾਂ ਤੇ ਲਾਈ ਗਈ, ਮੈਂ ਉਹਦੀ ਨਿਖੇਧੀ ਕਰਦਾ। ਜਿਹੜੇ ਅਮਰਤਪਾਲ ਸਿੰਘ ਵਾਲੇ ਘਟਨਾਕ੍ਰਮ 'ਚ ਐਨਐਸਏ ਲਾਈ ਗਈ ਆ, ਇਹੋ ਜਿਹੇ ਲੋਕਾਂ ਤੇ ਲਾਉਣੀ ਚਾਹੀਦੀ ਆ। ਪਰ ਸਰਦਾਰ ਕਰਨੈਲ ਸਿੰਘ ਜੀ, ਸਾਡੀ ਪੰਥ ਦੀ ਸਰਕਾਰ ਨੇ ਸਾਡੇ ਤੇ ਦੇਸ਼ ਧਰੋਹ ਲਾਤੀ, ਸਾਡੇ ਤੇ ਜਵਾਬਾ ਲਾਤੀ। ਸਰਬੱਤ ਖਾਲਸੇ ਤੋਂ ਬਾਅਦ ਦੱਸੋ ਉੱਥੇ ਕਿਹੜਾ ਦੇਸ਼ ਧਰੋਹ ਹੋਇਆ ਸੀਗਾ? ਕਿਹੜੀ ਉੱਥੇ ਜਵਾਬਾ ਲੱਗਣ ਵਾਲੀ ਗੱਲ ਸੀ? ਜਿਹੜੀਆਂ ਉਹ ਹੱਥਾਂ ਨਾਲ ਦਿੱਤੀਆਂ, ਕਈ ਵਾਰੀ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਸੀ। ਤਾਂ ਹੀ ਤਾਂ ਕਹਿ ਰਹੇ ਆ ਕਿ ਪੰਥ ਇਕੱਠਾ ਹੋਣ ਨੂੰ ਤਿਆਰ ਆ। ਅਕਾਲ ਤਖਤ ਸਾਹਿਬ ਤੇ ਪੰਥ ਇਕੱਠਾ ਹੋਵੇਗਾ। ਜਥੇਦਾਰ ਅਕਾਲ ਤਖਤ ਸਾਹਿਬ ਨਿਰਪੱਖਤਾ ਦੀ ਭੂਮਿਕਾ ਲੈਣ ਤੇ ਬਾਦਲ ਪਰਿਵਾਰ ਨੂੰ ਕਟਹਿਰੇ 'ਚ ਖੜਾ ਕਰਨ, ਜਾਂ ਉਹ ਆਪ ਖੁਦ ਅਸਤੀਫੇ ਦੇ ਕੇ ਘਰੇ ਚਲੇ ਜਾਣ, ਤੇ ਸਾਰਾ ਪੰਥ ਇਕੱਠਾ ਹੋਣ ਨੂੰ ਤਿਆਰ ਹੈ। ਜਿਹੜੇ ਗੁਨਾਹਗਾਰ ਆ, ਸਵਾਲ ਅੱਗੇ ਵੀ ਲੈਣਾ, ਪਰ ਵੱਡਾ ਸਵਾਲ ਇਹ ਕਹਿ ਰਹੇ ਕਿ ਪੰਥ ਇਕੱਠਾ ਹੋਣ ਨੂੰ ਤਿਆਰ ਆ, ਕੁਝ ਕਰੋ ਤਾਂ ਸਹੀ। ਜਿਹੜੇ ਗਲਤੀਆਂ ਮੰਨ ਰਹੇ, ਪਛਤਾਤਾਪ ਦਾ ਕੋਈ ਤਰੀਕਾ ਵੀ ਤਾਂ ਹੋਣਾ ਚਾਹੀਦਾ ਨਾ। ਗਲਤੀਆਂ ਤਾਂ ਮੰਨ ਰਹੇ ਆ, ਤੁਸੀਂ ਆਪ ਕਹਿਤਾ ਕਿ ਉਹ ਵੀ ਮੰਨ ਰਹੇ, ਪਰ ਪਛਤਾਤਾਪ ਵੀ ਤਾਂ ਹੋਣਾ ਚਾਹੀਦਾ, ਤਾਂ ਹੀ ਪੰਥ ਇਕੱਠਾ ਹੋਊ ਨਾ। ਦੇਖੋ ਮੈਂ ਉਹ ਗੱਲ ਕਹਿ ਰਿਹਾ ਜੀ, ਦੇਖੋ ਇਹ ਜਿਹੜਾ ਮਸਲਾ ਹੈ ਇਹ ਇੰਨਾ ਕੁ ਗੰਭੀਰ ਹੈ। ਉਸ ਦੀ ਆੜ ਦੇ ਵਿੱਚ ਜਿੰਨੇ ਵੀ ਪਾਪ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਕਰ ਰਹੀਆਂ ਨੇ, ਉਹ ਆਪਣੇ ਲੁਕਾ ਰਹੀਆਂ ਨੇ, ਫੇਲੀਅਰ ਆਪਣਾ ਲੁਕਾ ਰਹੀਆਂ ਨੇ। ਉਹਨਾਂ ਨੂੰ ਇੱਕ ਅਲੱਗ ਪਹਿਲੂ ਦੇ ਉੱਤੇ ਵੇਖਣਾ ਪਵੇਗਾ, ਉਹ ਵੀ ਬੜਾ ਜ਼ਰੂਰੀ ਆਪਣੇ ਲਈ। ਕਿਉਂਕਿ ਬੀਤੇ ਤੋਂ ਜੇ ਅਸੀਂ ਅੱਗੇ ਤਾਂ ਵੱਧ ਸਕਾਂਗੇ ਜੇ ਬੀਤੇ ਦੇ ਘਟਨਾਕ੍ਰਮ ਨੂੰ ਮੁੱਖ ਰੱਖ ਕੇ ਮੌਜੂਦਾ ਸਮੇਂ ਦੇ ਵਿੱਚ ਇਹ ਤਾਂ ਆਪਣੇ ਆਪ ਨੂੰ ਤੁਸੀਂ ਦੇਖੋ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ, ਕਹਿੰਦੇ ਜੀ ਜਿੱਦਣ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਸੀ ਮੈਂ ਸਾਰੀ ਰਾਤ ਜਾਗਦਾ ਰਿਹਾ। ਤੇ ਜਿਹੜੀ ਹੁਣ ਰੋਪੜ ਦੇ ਵਿੱਚ ਕੱਲ ਮਰਿੰਡੇ ਦੇ ਵਿੱਚ ਘਟਨਾ ਵਾਪਰੀ ਏ ਤੇ ਉੱਥੇ ਇਹਨਾਂ ਦੀ ਜਾਗ ਕਿਉਂ ਨਹੀਂ ਖੁੱਲੀ? ਉੱਥੇ ਵੀ ਇਹਨਾਂ ਨੂੰ ਚਾਹੀਦਾ ਸੀ ਕਿ ਨੀਂਦ ਇਹਨਾਂ ਦੀ ਹਰਾਮ ਹੋਣੀ ਚਾਹੀਦੀ ਸੀ। ਇਹ ਉੱਥੇ ਜਾ ਕੇ ਬੈਠਦੇ ਮਰਿੰਡਾ, ਅੱਜ ਇਹਨਾਂ ਨੂੰ ਉੱਥੇ ਬੈਠੇ ਹੋਣਾ ਚਾਹੀਦਾ ਸੀ। ਉਹਨਾਂ ਦਾ ਅਨਫੋਰਚੂਨੇਟ ਹੈ ਕਿ ਉਹਨਾਂ ਦਾ ਕੋਈ ਬੁਲਾਰਾ ਇਦਾਂ ਦੀਆਂ ਬਹਿਸਾਂ 'ਚ ਇਹਨਾਂ ਦੇ ਮੁੱਦਿਆਂ ਤੇ ਆਉਂਦਾ ਨਹੀਂ। ਖੈਰ ਪੰਜਾਬੀ ਇਹਨਾਂ ਮੁੱਦਿਆਂ ਤੇ ਆਪਣੇ ਆਪ ਜਿਹੜਾ ਸਵਾਲ ਤੇ ਜਵਾਬ ਵੀ ਲੈਣਗੇ। ਬਣੇ ਰਹੋ, ਆਪਾਂ ਇਸ ਮੁੱਦੇ ਤੇ ਜੋਗਾ ਸਿੰਘ ਜੀ ਸਾਡੇ ਨਾਲ ਬਣੇ ਆ, ਮੈਂ ਉਹਨਾਂ ਤੋਂ ਸਵਾਲ ਜ਼ਰੂਰ ਲੈਣਾ ਚਾਹਾਂਗਾ। ਕਾਫੀ ਦੇਰ ਸੰਜਮ ਨਾਲ ਇੰਤਜ਼ਾਰ ਕਰ ਰਹੇ ਹੈ। ਜੋਗਾ ਸਿੰਘ ਜੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ। ਜੋਗਾ ਸਿੰਘ ਜੀ ਸਵਾਲ ਇਹ ਹੈ, ਜੋ ਦਾਦੂਵਾਲ ਜੀ ਕਹਿ ਰਹੇ ਹੈ ਕਿ ਜੇ ਪਿਛਲੇ ਪਿਛੋਕੜ 'ਚ ਆਪਾਂ ਪਛਤਾਤਾਪ ਦੀ ਗੱਲ ਕਰਦੇ ਹਾਂ ਤਾਂ ਅਮਲੀ ਤੌਰ ਤੇ ਕੋਈ ਕਦਮ ਉਠਾਉਣ ਦੀ ਜ਼ਰੂਰਤ ਹੈ। ਜੇ ਮੌਜੂਦਾ ਸਰਕਾਰ ਵੀ ਉਹੀ ਬੱਜਰ ਗੁਨਾਹ ਕਰਦੀ ਹੈ ਤਾਂ ਇਹਦਾ ਵੀ ਰਸਤਾ ਉਹੀ ਹੋਵੇਗਾ ਜਿਹੜਾ ਕੈਪਟਨ ਅਮਰਿੰਦਰ ਵਾਲਾ, ਚੰਨੀ ਵਾਲਾ, ਪ੍ਰਕਾਸ਼ ਸਿੰਘ ਬਾਦਲ ਵਾਲਾ। ਪਰ ਪਿਛਲਿਆਂ ਜਿਹੜਾ ਮਾਮਲਿਆਂ ਨੂੰ ਛੱਡ ਕੇ ਅੱਗੇ ਨਹੀਂ ਵਧਿਆ ਜਾ ਸਕਦਾ। ਪੰਥ ਇਕੱਠ ਹੋ ਸਕਦਾ ਹੈ, ਜਥੇਦਾਰ ਦਾ ਅਗਵਾਈ ਹੇਠਾਂ ਇਕੱਠੇ ਹੋ ਸਕਦੇ ਆ, ਪਰ ਪਹਿਲਾਂ ਇਹਨਾਂ ਮੁੱਦਿਆਂ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੈ। ਦੇਖੋ ਦਾਦੂਵਾਲ ਸਾਹਿਬ ਦਾ ਕਹਿਣਾ ਬਿਲਕੁਲ ਸਹੀ ਹੈ ਜੀ। ਜਿਹੜੇ ਕਾਨੂੰਨ ਬਣਾਏ ਜਾਂਦੇ ਆ ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਛੋਟਾ ਗੁਨਾਹ ਕਰਦਾ ਹੈ ਉਹਨੂੰ ਉਹਦੀ ਸਜ਼ਾ ਦਿੱਤੀ ਜਾਵੇ। ਉਹਦੀ ਸਜ਼ਾ ਨੂੰ ਦੇਖ ਕੇ ਬਾਕੀ ਗੁਨਾਹਗਾਰ ਡਰ ਪੈਦਾ ਹੋ ਜਾਂਦਾ ਹੈ। ਜੇਕਰ ਜਿਹੜੀ ਨਕੋਦਰ ਘਟਨਾ ਸੀ, ਜੇਕਰ ਉਹਦੇ ਦੋਸ਼ੀਆਂ ਨੂੰ ਫੜ ਕੇ ਇੱਕ ਮਿਸਾਲੀ ਸਜ਼ਾ ਦਿੱਤੀ ਜਾਂਦੀ ਤਾਂ ਹੌਲੀ ਹੌਲੀ ਇਹ ਡਰ ਪੈਦਾ ਹੋ ਜਾਂਦਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਦੀ ਜੇ ਬੇਅਦਬੀ ਹੋਵੇਗੀ ਤਾਂ ਉਹਨੂੰ ਐਡੀ ਵੱਡੀ ਸਜ਼ਾ ਦਿੱਤੀ ਜਾਏਗੀ ਕਿ ਉਹਦਾ ਬਚਣਾ ਮੁਸ਼ਕਲ ਹੈ। ਐਨਐਸਏ ਵਰਗੀਆਂ ਸੰਗੀਨ ਧਾਰਾਵਾਂ ਜਾਂ ਹੋਰ ਟਾਡਾ ਵਰਗੀਆਂ ਸੰਗੀਨ ਧਾਰਾਵਾਂ ਲਾ ਕੇ ਜੇਕਰ ਉਸ ਸਮੇਂ ਦੇ ਵਿੱਚ ਹੀ ਉਹਨਾਂ ਦੋਸ਼ੀਆਂ ਨੂੰ ਮਤਲਬ ਅੰਦਰ ਕੀਤਾ ਜਾਂਦਾ ਤਾਂ ਉਹ ਡਰ ਪੈਦਾ ਹੁੰਦਾ। ਉਹ ਡਰ ਹੌਲੀ ਹੌਲੀ ਅੱਜ ਤੱਕ ਲੋਕਾਂ ਦੇ ਮਨਾਂ 'ਚ ਆ ਜਾਂਦਾ। ਇਹ ਗੱਲ ਬਿਲਕੁਲ ਵਾਜਬ ਹੈ ਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਨ ਵਾਲੇ ਨੂੰ ਕਿਸੇ ਨੂੰ ਵੀ ਕੋਈ ਮਿਸਾਲੀ ਸਜ਼ਾ ਨਹੀਂ ਹੋਈ। ਕਿਸੇ ਨੂੰ ਮੂਰਖ ਕਹਿ ਦਿੱਤਾ ਜਾਂਦਾ ਹੈ, ਕਿਸੇ ਨੂੰ ਪਾਗਲ ਕਹਿ ਦਿੱਤਾ ਜਾਂਦਾ ਹੈ। ਸੋ ਇਹ ਸਰਕਾਰਾਂ ਦੇ ਵਿੱਚ, ਕਿਹੜੀਆਂ ਸਰਕਾਰਾਂ ਦੇ ਵਿੱਚ ਕਿੰਨੀਆਂ ਘਟਨਾਵਾਂ ਹੋਈਆਂ, ਇਹ ਸਾਰੀਆਂ ਗੱਲਾਂ ਵਾਚਣਯੋਗ ਹੈ। ਦੂਜੀ ਗੱਲ ਰਹੀ ਪੰਥ ਇਕੱਠੇ ਦੀ, ਪੰਥ ਇਕੱਠਾ ਹੋਣ ਨੂੰ ਤਿਆਰ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਹੀ ਪੰਥ ਹਮੇਸ਼ਾ ਇਕੱਠਾ ਹੁੰਦਾ ਹੈ, ਲੇਕਿਨ ਜਥੇਦਾਰ ਸਾਹਿਬ ਨੂੰ ਵੀ ਇਹ ਨਿਰਪੱਖ ਭੂਮਿਕਾ ਨਿਭਾਉਣੀ ਪਏਗੀ ਕਿ ਕੀ ਉਹ ਉਸ ਪ੍ਰਧਾਨ ਦੀ ਗੱਲ ਕਰਦੇ ਆ ਕਿ ਜਿਹੜਾ ਪ੍ਰਧਾਨ ਅੱਜ ਅਕਾਲੀ ਦਲ ਨੂੰ ਇਸ ਕਦਰ ਚਿੰਬੜਿਆ ਹੋਇਆ। ਜਿਹੜੇ ਅਕਾਲੀ ਦਲ ਨੇ ਗੱਲ ਤਾਂ ਕਰਨੀ ਸੀ ਕਿ ਪੰਥ ਨੂੰ, ਪੰਥ ਦੀ ਅਗਵਾਈ ਕਰਨ ਦੀ ਗੱਲ ਤਾਂ ਕਰਨੀ ਸੀ, ਪੰਥ ਦੇ ਵਡੇਰੇ ਹਿੱਤਾਂ ਦੀ ਗੱਲ ਤਾਂ ਕਰਨੀ ਸੀ। ਜਿਹੜੀ ਗੱਲ ਅੱਜ ਅਸੀਂ ਕਰ ਰਹੇ ਹਾਂ ਇਹ ਗੱਲ ਦੇ ਲਈ
ਉਸ ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਆਉਣਾ ਸੀ, ਲੇਕਿਨ ਅਕਾਲੀ ਦਲ ਦੇ ਪ੍ਰਧਾਨ ਦੀਆਂ ਅੱਜ ਪੇਸ਼ੀਆਂ ਪੈ ਰਹੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਦੇ ਮਸਲੇ 'ਚ। ਸੋ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅੱਜ ਆਪਣਾ ਰੋਲ ਤੇ ਆਪਣਾ ਰੂਪ ਕੱਢਣਾ ਪਏਗਾ ਕਿ ਉਹ ਕਿਹੜੇ ਪਾਸੇ ਖੜੇ ਆ। ਪੰਥ ਇਕੱਠਾ ਹੋਣ ਨੂੰ ਤਿਆਰ ਹੈ। ਦਾਦੂਵਾਲ ਸਾਹਿਬ ਨੇ ਵੀ ਇਹ ਗੱਲ ਕਲੀਅਰ ਕਰੀ ਹੈ। ਮੇਰੇ ਖਿਆਲ ਨਾਲ ਹਰਮੀਤ ਸਿੰਘ ਕਾਲਕਾ ਸਾਹਿਬ ਵੀ ਇਸ ਪਾਸੇ ਵੱਲ ਹੀ ਆਉਣਗੇ। ਸੋ ਮੈਂ ਸਮਝਦਾ ਕਿ ਪੀਰ ਮੁਹੰਮਦ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਅੱਜ ਆਪਣਾ ਜਿਹੜਾ ਰੋਲ ਹੈ ਉਸ ਰੋਲ ਨੂੰ ਜਿਹੜਾ ਨਿਰਪੱਖ ਤੇ ਖਾਲਸ ਰੂਪ ਹੈ ਉਹ ਖਾਲਸ ਰੂਪ ਦੇ ਕੇ ਕੌਮ ਦੀ ਅਗਵਾਈ ਕਰੋ। ਅਸੀਂ ਤਾਂ ਤਿਆਰ ਹਾਂ ਜੀ ਨਾਲ ਚੱਲਣ ਨੂੰ, ਸਾਨੂੰ ਕੀ ਹੈ। ਜੀ ਜੀ, ਇੱਕ ਸਵਾਲ ਜਿਹੜਾ ਮੈਂ ਦਾਦੂਵਾਲ ਸਾਹਿਬ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਸਵਾਲ ਇਹ ਹੈ ਕਿ ਦੇਖੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਆਪ ਨੂੰ ਪੰਥਕ ਧਿਰ ਅਕਾਲੀ ਦਲ ਕਹਾਉਂਦਾ ਹੀ ਹੈ, ਪੰਥ ਦੀ ਨੁਮਾਇੰਦਾ ਜਮਾਤ ਵੀ ਕਹਾਉਂਦੇ ਹੈ, ਪਰ ਜਿਹੜੀ ਅੱਜ ਉਹ ਨਵੇਂ ਸਿਰੇ ਤੋਂ ਸਪਲੀਮੈਂਟ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਪਹਿਲਾਂ ਵੀ ਤੇ ਹੁਣ ਵੀ ਜਿਹੜਾ ਉਹਦੇ 'ਚ ਜਿਹੜਾ ਸੁਖਬੀਰ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ ਇਰਾਦਾ ਕਤਲ ਦੀ ਧਾਰਾ ਇੱਦਾਂ ਦੇ ਮੁੱਦਿਆਂ 'ਤੇ ਔਰ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਹਦੇ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਨੂੰ ਲੈ ਕੇ ਫਿਰ ਇਹੋ ਜਿਹੇ ਮਾਮਲਿਆਂ 'ਚ ਕੀ ਸਿਰ ਜੋੜ ਕੇ ਬੈਠੀਆਂ ਜਾ ਸਕਦੀਆਂ, ਇਹ ਤਰ੍ਹਾਂ ਆਪਸ ਵਿੱਚ ਬੈਠ ਸਕਦੇ ਹੈ ਦਾਦੂਵਾਲ ਸਾਹਿਬ ਜਦ ਤੱਕ ਇਹਨਾਂ ਮਾਮਲਿਆਂ 'ਤੇ ਨਿਬੜੇ ਨਹੀਂ ਹੋਣਗੇ? ਕਿੱਦਾਂ ਹੋਏਗੀ ਫਿਰ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠਾਂ ਕਿਵੇਂ ਚੱਲਿਆ ਜਾ ਸਕਦਾ ਹੈ? ਸਿੱਧੂ ਸਾਹਿਬ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਸਰਦਾਰ ਕਰਨੈਲ ਸਿੰਘ ਵੀ ਜੁੜੇ ਆ, ਸਰਦਾਰ ਜੋਗਾ ਸਿੰਘ ਵੀ, ਸਰਦਾਰ ਕਾਲਕਾ ਸਾਹਿਬ ਵੀ, ਦੁਨੀਆ ਸੁਣ ਰਹੀ ਹੈ ਦੇਸ਼ ਵਿਦੇਸ਼ ਦੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਪੰਥ ਦੀ ਨੁਮਾਇੰਦਾ ਜਮਾਤ ਕਿਹਾ ਜਾਂਦਾ ਹੈ, ਹਰ ਵੇਲੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ, ਜਥੇਦਾਰ ਅਕਾਲ ਤਖਤ ਵੀ ਕਹਿੰਦਾ, ਅੱਜ ਉਹ ਉਸ ਦਾ ਪ੍ਰਧਾਨ ਕੋਟਕਪੂਰਾ ਗੋਲੀकांड, ਬਹਿਬਲ ਗੋਲੀकांड, ਉਹਦੇ ਵਿੱਚ ਦੋਸ਼ੀਆਂ ਦੀ ਕਤਾਰ ਵਿੱਚ ਚਾਰਜ ਸ਼ੀਟ ਹੋ ਗਿਆ, ਉਹਦੇ ਤੇ ਚਾਰਜ ਲੱਗ ਗਏ, ਕੋਰਟ ਦੇ ਵਿੱਚ ਚਲਾਨ ਪੇਸ਼ ਹੋ ਗਿਆ। ਜੇ ਰੱਤੀ ਮਾਤਰ ਵੀ ਕੋਈ ਮੈਂ ਸਮਝਦਾ ਕੋਈ ਜਿਹੜੀ ਹੈਗੀ ਆ ਨਾ ਉਹ ਅਦਬ ਦੀ ਗੱਲ ਹੋਵੇ, ਸਤਿਕਾਰ ਦੀ ਗੱਲ ਹੋਵੇ ਉਸ ਪੰਥ ਦੀ ਜਮਾਤ ਦੀ, ਤੇ ਅੱਜ ਅਸਤੀਫਾ ਦੇ ਦੇਣਾ ਚਾਹੀਦਾ ਆਪਣੀ ਨੈਤਿਕਤਾ ਦੇ ਆਧਾਰ ਦੇ ਉੱਤੇ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਅਗਵਾਈ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਮਾਣ ਸਨਮਾਨ ਲਈ ਬਣਿਆ, ਗੁਰਦੁਆਰਿਆਂ ਦੇ ਮਾਣ ਸਨਮਾਨ ਲਈ ਬਣਿਆ, ਅੱਜ ਉਸ ਅਕਾਲੀ ਦਲ ਦਾ ਪ੍ਰਧਾਨ ਸਿੱਖਾਂ ਦੇ ਕਤਲ ਤੇ ਬਾਣੀ ਦੀ ਬੇਅਦਬੀ ਵਾਲੇ ਮਸਲੇ ਦੇ ਵਿੱਚ ਦੋਸ਼ੀ ਤੇ ਕੋਰਟ ਦੀਆਂ ਕਚਹਿਰੀ ਦੀਆਂ ਤਰੀਕਾਂ ਭੁਗਤ ਰਿਹਾ। ਜੇਕਰ ਉਹ ਖੁਦ ਨਹੀਂ ਦਿੰਦਾ ਤੇ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਕਿ ਆਪਣੇ ਰੁਤਬੇ ਦੀ ਅਹੁਦੇ ਦੀ ਵਰਤੋਂ ਕਰਕੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਅਸਤੀਫਾ ਲਵੇ ਕਿ ਤੂੰ ਭਾਈ ਦੋਸ਼ੀ ਆ, ਹੁਣ ਕੋਟਕਪੂਰਾ ਗੋਲੀकांड ਬਹਿਬਲ ਦੇ ਦੋਸ਼ੀ ਤੂੰ ਤਰੀਕਾ ਭੁਗਤ ਰਿਹਾ, ਜੇ ਤੂੰ ਸੁਰਖਰੂ ਹੋ ਜਾਵੇਂਗਾ ਕੋਰਟ ਦੀ ਕਾਰਵਾਈ ਤੋਂ ਬਾਅਦ ਪਾਕ ਸਾਫ਼ ਹੋ ਜਾਵੇਂਗਾ ਫਿਰ ਬਣ ਜਾਵੀਂ ਪ੍ਰਧਾਨ, ਪਰ ਜਿੰਨਾ ਚਿਰ ਤੂੰ ਕੋਰਟ ਦੀਆਂ ਤਰੀਕਾਂ ਭੁਗਤਣੀਆਂ ਤੂੰ ਸਖਤੀ ਪ੍ਰਦਰਸ਼ਨ ਨਾ ਕਰ। ਦੇਖੋ ਸ਼ਰਮ ਦੀ ਗੱਲ ਮੈਂ ਸਮਝਦਾ ਕਿ ਸ਼ਰਮ ਨਹੀਂ ਆਉਂਦੀ ਕਿ ਕਿੱਡੀ ਵੱਡੀ ਸ਼ਰਮ ਦੀ ਗੱਲ ਆ ਕਿ ਬੇਅਦਬੀ ਦੇ ਦੋਸ਼ ਵਿੱਚ ਕਚਹਿਰੀ ਜਾਣਾ ਹੋਵੇ ਹਾਜ਼ਰੀ ਲਵਾਉਣ ਤੇ ਅਸੀਂ ਉੱਥੇ ਸ਼ਕਤੀ ਪ੍ਰਦਰਸ਼ਨ ਆਪਣੇ ਪਾਰਟੀ ਦਾ ਇਕੱਠ ਕਰੀਏ, ਤੇ ਉਹ ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ 35 ਤਰੀਕ ਵਾਲੀ ਗੱਲ ਉਹ ਗੱਲ ਆਪਾਂ ਕਰੀਏ। ਬਾਣੀ ਦੀ ਬੇਅਦਬੀ ਵਾਲੇ ਮਸਲੇ ਦੇ ਵਿੱਚ ਦੱਸੋ ਅਸਤੀਫਾ ਖੁਦ ਦੇ ਦੇਣਾ ਚਾਹੀਦਾ, ਜੇ ਰੱਤੀ ਮਾਤਰ ਵੀ ਨੈਤਿਕ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਚਾਹ ਤੇ ਉਹਨੂੰ ਅਸਤੀਫਾ ਦੇਣਾ ਚਾਹੀਦਾ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਆਪਣਾ ਫਖਰੇ ਕੌਮ ਵਾਪਸ ਕਰਨਾ ਚਾਹੀਦਾ। ਜੇਕਰ ਉਹ ਨਹੀਂ ਕਰਦੇ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਅੱਜ ਉਹਨਾਂ ਤੋਂ ਅਸਤੀਫੇ ਲੈ ਲੈਣੇ ਚਾਹੀਦੇ ਆ। ਤਾਂ ਦੇਖੋ ਫੇਰ ਸੱਦਾ ਦੇਣ ਜੇ ਪੰਥ ਨਾ ਇਕੱਠਾ ਹੋਵੇ ਅਕਾਲ ਤਖਤ ਸਾਹਿਬ ਦੇ ਤਾਂ ਮੈਨੂੰ ਕਹਿ ਦਿਓ। ਜੀ ਜੋਗਾ ਸਿੰਘ ਜੀ, ਬਹੁਤ ਵੱਡਾ ਸਵਾਲ ਜਿਹੜਾ ਲਿਆਂਦਾ ਦਾਦੂਵਾਲ ਸਾਹਿਬ ਨੇ ਇਸ ਮੁੱਦੇ ਤੇ ਮੈਂ ਤੁਹਾਡੇ ਤੋਂ ਜ਼ਰੂਰ ਜਿਹੜਾ ਹੈਗਾ ਜਵਾਬ ਲੈਣਾ ਚਾਹਾਂਗਾ ਕਿ ਜੇ ਇਹੋ ਜਿਹੀ ਪ੍ਰਸਥਿਤੀ ਬਣਦੀ ਹੈ, ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਫੈਸਲਾ ਲੈਂਦੇ ਪਿੱਛੇ ਹਟਣ ਦਾ, ਉਹ ਕਹਿੰਦੇ ਫੇਰ ਪੰਥ ਇਕੱਠਾ ਹੋ ਸਕਦਾ ਹੈ, ਉਮੀਦ ਕੀਤੀ ਜਾ ਸਕਦੀ ਹੈ ਜੇ ਆਪਣੇ ਆਪ ਇਹਨਾਂ ਨੇ ਨਹੀਂ ਅਸਤੀਫੇ ਦਿੰਦੇ, ਨਹੀਂ ਪਿੱਛੇ ਹਟਦੇ, ਅਕਾਲ ਤਖਤ ਦੇ ਜਥੇਦਾਰ ਕੋਈ ਫੈਸਲਾ ਲੈ ਸਕਦੇ ਹੈ? ਪੋਸੀਬਿਲਿਟੀ ਹੈ ਕੋਈ ਜੋਗਾ ਸਿੰਘ ਜੀ ਇਸ ਤਰ੍ਹਾਂ ਦੀ? ਦੇਖੋ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਨੂੰ 6ਵੇਂ ਪਾਤਸ਼ਾਹ ਨੇ ਦਿੱਤਾ ਹੀ ਰਾਜਨੀਤੀ ਦਾ ਫੈਸਲਾ ਬਾਰੇ ਸੀਗਾ ਕਿ ਸਿੱਖ ਉੱਥੇ ਬੈਠ ਕੇ ਆਪਣੇ ਰਾਜਨੀਤਿਕ ਮਸਲੇ ਵਿਚਾਰ ਸਕਦੇ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਿਲਕੁਲ ਇਸ ਪਾਸੇ ਵੱਲ ਹੁਣ ਧਿਆਨ ਦੇਣਾ ਚਾਹੀਦਾ ਹੈ। ਅੱਜ ਪੀਰ ਮੁਹੰਮਦ ਸਾਹਿਬ ਨੇ ਕਿਹਾ ਹੈ ਕਿ ਸਾਨੂੰ ਭਗਵੰਤ ਮਾਨ ਤੋਂ ਅਸਤੀਫਾ ਮੰਗਣਾ ਚਾਹੀਦਾ, ਅਸੀਂ ਤਾਂ ਮੰਗ ਵੀ ਲਵਾਂਗੇ ਔਰ ਇਹ ਫਰਜ਼ ਵੀ ਬਣਦਾ ਸਰਕਾਰਾਂ ਦਾ ਕਿ ਇਸ ਪਾਸੇ ਵੱਲ ਧਿਆਨ ਦੇਣ, ਲੇਕਿਨ ਸਭ ਤੋਂ ਪਹਿਲਾਂ ਤਾਂ ਅਸਤੀਫਾ ਅੱਜ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਚਾਹੀਦਾ ਹੈ।
ਕਿਉਂਕਿ ਉਸ ਦੀ ਸਰਕਾਰ ਸੀ, ਉਹ ਗ੍ਰਹਿ ਮੰਤਰੀ ਸੀ, ਉਹਦੇ ਹੁੰਦੇ ਹੋਏ ਪਹਿਲਾਂ ਇਸ਼ਤਿਹਾਰ ਲੱਗੇ। ਇਸ਼ਤਿਹਾਰ ਲੱਗਣ ਤੋਂ ਬਾਅਦ ਜਦੋਂ ਉਹਨੂੰ ਪਤਾ ਹੈ ਕਿ ਇਸ਼ਤਿਹਾਰ ਲੱਗ ਕੇ ਗੁਰੂ ਮਹਾਰਾਜ ਚੋਰੀ ਹੋ ਜਾਣਾ, ਫਿਰ ਗੁਰੂ ਮਹਾਰਾਜ ਚੋਰੀ ਹੋਇਆ, ਉਹਨਾਂ ਨੇ ਅੰਗ ਖਿਲਾਰੇ। ਸੋ ਐਡੀ ਵੱਡੀ ਕਤਾਹੀ ਜੇ ਸੂਬੇ ਦਾ ਗ੍ਰਹਿ ਮੰਤਰੀ ਉਹਦੇ ਹੁੰਦੇ ਹੋਏ ਹੋਈ ਤੇ ਅੱਜ ਚਾਰਜ ਸ਼ੀਟ ਹੋ ਗਿਆ, ਅੱਜ ਵੀ ਉਹ ਅਸਤੀਫਾ ਨਹੀਂ ਦੇਗਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰ ਕਦੋਂ ਆਪਣੇ ਅਹੁਦੇ ਦੀ ਵਰਤੋਂ ਕਰਨਗੇ ਜੀ? ਅੱਜ ਦੁਨੀਆ ਦੇਖ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲ ਕਿ ਆਪਣੇ ਅਹੁਦੇ ਦੀ ਵਰਤੋਂ ਕਰਨ ਤੇ ਇਹਨਾਂ ਨੂੰ ਪ੍ਰਧਾਨਗੀ ਤੋਂ ਸੁਰਖਰੂ ਕਰਨ, ਜੇ ਆਪ ਨਹੀਂ ਲਾਂਭੇ ਹੁੰਦੇ। ਸੋ ਮੈਂ ਇਹ ਮਹਿਸੂਸ ਕਰਦਾ ਜੇ ਇਹ ਕਦਮ ਪੱਟਿਆ ਜਾਂਦਾ, ਅਕਾਲੀ ਦਲ ਤਾਂ ਮਾਰਿਆ ਹੀ ਇਸ ਟੱਬਰ ਨੇ, ਜੇ ਟੱਬਰ ਪਿੱਛੇ ਹਟ ਜਾਵੇ ਅਕਾਲੀ ਦਲ ਤਾਂ ਅੱਜ ਫਿਰ ਭਾਰੂ ਹੁੰਦਾ ਹੈ ਜੀ ਪੰਜਾਬ ਦੇ ਵਿੱਚ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀ ਵੋਟਾਂ ਦੀ ਗੱਲ ਹੈ, ਉਸ ਵੋਟਾਂ ਨੂੰ ਕਿਉਂ ਨਹੀਂ ਇਹ ਟੱਬਰ ਪਵਾ ਰਿਹਾ? ਸੋ ਇਹ ਸਾਰੇ ਮਸਲੇ ਜਿਹੜੇ ਪੰਥ ਦੇ ਜਦੇ ਹੱਲ ਹੁੰਦੇ ਆ ਜੇ ਪਰਿਵਾਰ ਪਿੱਛੇ ਹਟਦਾ ਹੈ ਜੀ। ਬਹੁਤ ਬਹੁਤ ਮਿਹਰਬਾਨੀ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਦੁਨੀਆ ਭਰ ਬੈਠੇ ਪੰਜਾਬੀਆਂ ਲਈ ਵੱਡਾ ਭਾਵਕ ਤੇ ਸੰਵੇਦਨਸ਼ੀਲ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਇਹਨਾਂ ਪਿੱਛੇ ਕੌਣ ਨੇ ਸਾਜ਼ਿਸ਼ ਘਾੜੇ, ਇਹਦੇ ਨਾਲ ਹੀ ਵੱਡਾ ਸਵਾਲ ਆਪਣੇ ਆਪ ਨੂੰ ਪੰਥਕ ਤਰ੍ਹਾਂ ਕਹਾਉਣ ਵਾਲੀਆਂ ਉਹਨਾਂ ਦੀ ਲੀਡਰਸ਼ਿਪ। ਇਹਨਾਂ ਮੁੱਦਿਆਂ ਤੇ ਹੋਏਗੀ ਜਵਾਬ ਦੇ ਸਵਾਲ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਵੀ ਪੁੱਛੇ ਜਾ ਰਹੇ ਹੈ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਹਾਂ ਜਿਹੜੇ ਆਪਣੀ ਬੇਨਤੀ ਪ੍ਰਵਾਨ ਕਰਕੇ ਆਏ, ਤੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।